ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਕੈਨੇਡਾ 'ਚ ਲੰਮੇ ਅਰਸੇ ਤੋਂ ਵਿਚਰ ਰਹੇ ਤੇ ਖਾਲਸਾ ਕ੍ਰੈਡਿਟ ਯੂਨੀਅਨ ਖਾਲਸਾ ਸਕੂਲਾਂ ਦੇ ਬਾਨੀ ਰਿਪੁਦਮਨ ਸਿੰਘ ਮਲਕ, ਜਿਨ੍ਹਾਂ ਦਾ ਅੱਜ ਬੜੇ ਹੀ ਇੱਕ ਖੂੰਖਾਰ ਹਮਲੇ ਦੇ ਵਿੱਚ, ਕਾਤਲਾਨਾ ਹਮਲੇ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਦੁਖਦਾਈ ਘਟਨਾ ਵਾਪਰੀ ਹੈ। ਇਸ ਦੇ ਬਾਰੇ ਹੁਣ ਤੱਕ ਜਿਹੜੀ ਜਾਣਕਾਰੀ ਆਈ ਹੈ, ਸਰੀ ਦੇ ਵਿੱਚ 128 ਸਟਰੀਟ ਤੇ 82 ਐਵਨਿਊ 'ਤੇ, ਜਿੱਥੇ ਰਿਪੁਦਮਨ ਸਿੰਘ ਮਲਕ ਦਾ ਆਪਣਾ ਕਾਰੋਬਾਰੀ ਅਦਾਰਾ ਸੀ, ਉਸ ਦੇ ਨਜ਼ਦੀਕ ਹਮਲਾਵਰਾਂ ਨੇ, ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਜਾਂ ਜਿਨ੍ਹਾਂ ਦੇ ਬਾਰੇ ਇਹ ਦੱਸਿਆ ਜਾ ਰਿਹਾ ਹੈ, ਕੁਝ ਇੱਕ ਆਲੇ ਦੁਆਲੇ ਤੋਂ ਜੋ ਜਾਣਕਾਰੀ ਮਿਲੀ ਹੈ ਕਿ ਹਮਲਾਵਰ ਜਿਹੜੇ ਸਨ, ਉਹਨਾਂ ਦਾ ਇੱਕ ਵਹੀਕਲ ਵੀ ਸੀ ਜੋ ਨਾਲ ਐਲੀ ਦੇ ਖੜ੍ਹਾ ਕੀਤਾ ਸੀ। ਹਮਲਾਵਰ ਆਏ, ਗੋਲੀਆਂ ਚਲਾਈਆਂ, ਗੰਭੀਰ ਜ਼ਖਮੀ ਰਿਪੁਦਮਨ ਸਿੰਘ ਮਲਕ ਨੂੰ ਕੀਤਾ ਅਤੇ ਬਾਅਦ ਦੇ ਵਿੱਚ ਜਿਹੜਾ ਵਹੀਕਲ ਹੈ ਉਸ ਨੂੰ ਅੱਗ ਲਾ ਦਿੱਤੀ ਗਈ ਅਤੇ ਉਸ ਨੂੰ ਸਾੜ ਦਿੱਤਾ ਗਿਆ। ਇਹ ਘਟਨਾ ਜਿਉਂ ਹੀ ਜੰਗਲ ਦੀ ਅੱਗ ਵਾਂਗ ਫੈਲੀ ਤਾਂ ਚਾਰੇ ਪਾਸੇ ਇਸ ਦੀ ਚਰਚਾ ਸ਼ੁਰੂ ਹੋ ਗਈ। ਇਸ ਵੇਲੇ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ, ਉਸ ਅਨੁਸਾਰ ਰਿਪੁਦਮਨ ਸਿੰਘ ਮਲਕ ਹਸਪਤਾਲ ਲਿਜਾਇਆ ਗਿਆ, ਪਰ ਉਹ ਦਮ ਤੋੜ ਗਏ ਅਤੇ ਇਸ ਤੋਂ ਮਗਰੋਂ ਜੋ ਉਸ ਦੀ ਜਾਣਕਾਰੀ, ਇਨਕੁਆਰੀ ਜਾਂ ਜਿਸ ਤਰ੍ਹਾਂ ਜਾਂਚ ਜਾਂ ਹੋਰ ਪਹਿਲੂ ਹਨ, ਉਹਨਾਂ 'ਤੇ ਵਿਚਾਰ ਕੀਤੇ ਜਾਣਗੇ। ਦਰਅਸਲ ਪਿਛਲੇ ਕੁਝ ਸਮੇਂ ਤੋਂ ਰਿਪੁਦਮਨ ਸਿੰਘ ਮਲਕ, ਜਿਨ੍ਹਾਂ ਦਾ ਇੱਕ ਵੱਖਰੇ ਤੌਰ 'ਤੇ ਚਰਚਾ ਸ਼ੁਰੂ ਹੋ ਚੁੱਕੀ ਸੀ, ਉਸ ਦਾ ਕੁਝ ਇੱਕ ਵਿਚਾਰਨਯੋਗ ਪੱਖ ਇਹ ਵੀ ਸੀ ਕਿ ਪਿਛਲੇ ਸਮੇਂ ਜਦੋਂ ਭਾਰਤ ਸਰਕਾਰ ਦੇ ਵੱਲੋਂ ਆਪਣੇ ਪੱਧਰ 'ਤੇ ਵੱਖ-ਵੱਖ ਜਿਹੜੀਆਂ ਸੰਸਥਾਵਾਂ ਜਾਂ ਵਿਅਕਤੀ ਵਿਸ਼ੇਸ਼ ਉਹਨਾਂ ਨਾਲ ਰਾਬਤੇ ਕਾਇਮ ਕੀਤੇ ਗਏ, ਉਹਨਾਂ 'ਚੋਂ ਇੱਕ ਰਿਪੁਦਮਨ ਸਿੰਘ ਮਲਕ ਸੀ, ਜਿਹੜੇ ਭਾਰਤ ਗਏ ਵੀ। ਉੱਥੇ ਟੈਲੀਵਿਜ਼ਨ 'ਤੇ ਇੰਟਰਵਿਊ ਪ੍ਰਸਾਰਿਤ ਹੋਈਆਂ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਜਿਹੜਾ ਹੈ ਉਸ ਨੇ ਸਾਨੂੰ ਮੌਕਾ ਦਿੱਤਾ, ਜਾਂ ਜਿਸ ਤਰੀਕੇ ਨਾਲ ਇੱਥੇ ਆਉਣ ਤੋਂ ਬਾਅਦ ਉਹਨਾਂ ਨੇ ਮੋਦੀ ਦੇ ਨਾਂ 'ਤੇ ਇੱਕ ਪੱਤਰ ਵੀ ਲਿਖਿਆ ਬਕਾਇਦਾ, ਜਿਹੜੀ ਇੱਕ ਆਪਣੀ ਜਿਹੜੀ ਉਹਨਾਂ ਦੇ ਪ੍ਰਤੀ ਸਾਂਝ ਪਾਈ ਗਈ। ਜਿਹੜੇ ਉਹਨਾਂ ਦੇ ਪਹਿਲਾਂ ਤਿੱਖੇ ਆਲੋਚਕ ਸਨ ਪਰ ਪ੍ਰੋ ਇੰਡੀਅਨ ਅਪਰੋਚ ਰੱਖਦੇ ਸਨ, ਉਹਨਾਂ ਨੇ ਲਗਾਤਾਰ ਇੱਕ ਨਵਾਂ ਲੌਬੀ ਗਰੁੱਪ ਸ਼ੁਰੂ ਕਰਕੇ ਇਸ ਤਰ੍ਹਾਂ ਦਾ ਇੱਕ ਅਲਾਇੰਸ ਆਰੰਭ ਕਰ ਦਿੱਤਾ, ਜਿਹੜਾ ਮੀਡੀਆ 'ਚ ਬੜੀ ਚਰਚਾ ਦਾ ਵਿਸ਼ਾ ਬਣਿਆ। ਰਿਪੁਦਮਨ ਸਿੰਘ ਮਲਕ ਬਨਾਮ ਜਿਹੜੇ ਬਾਕੀ ਜਿਹੜੇ ਇਸ ਵੇਲੇ ਸਰਗਰਮ ਸਿੱਖ ਅਦਾਰੇ ਨੇ, ਜਦਕਿ ਉਹ ਇੱਕ ਇਸ ਤਰ੍ਹਾਂ ਦਾ ਬਿਰਤਾਂਤ ਖੜ੍ਹਾ ਕੀਤਾ ਗਿਆ ਜਿਹੜੀ ਕਿ ਚਰਚਾ ਸ਼ੁਰੂ ਹੋ ਜਾਏ। ਇਹ ਕੁਝ ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਸੀ। ਇਸ ਦੇ ਦੌਰਾਨ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਨੂੰ ਲੈ ਕੇ ਰਿਪੁਦਮਨ ਸਿੰਘ ਮਲਕ ਪਿਛਲੇ ਸਮੇਂ ਤੋਂ ਵਿਵਾਦਾਂ 'ਚ ਘਿਰ ਰਹੇ, ਜਿਨ੍ਹਾਂ ਦੇ ਬਾਰੇ ਅਕਾਲ ਤਖਤ ਤੋਂ ਨਿਰਦੇਸ਼ ਵੀ ਜਿਹੜੇ ਸਨ ਉਹ ਆਏ। ਉਸ ਤੋਂ ਪਹਿਲਾਂ ਕੁਝ ਜਥੇਬੰਦੀਆਂ, ਸੰਸਥਾਵਾਂ ਜਿਹੜੀਆਂ BC ਦੀਆਂ ਨੇ, ਉਹਨਾਂ ਨੇ ਪੱਤਰ ਵੀ ਲਿਖੇ, ਪਰ ਇਹ ਵਿਚਾਰ ਚਰਚਾ ਇਸੇ ਤਰ੍ਹਾਂ ਹੀ ਸੀ ਜਿਵੇਂ ਕਿਤੇ ਵੀ ਧਾਰਮਿਕ ਰਹਿਤ ਮਰਜ਼ਾਦਾ ਦੇ ਤੌਰ 'ਤੇ ਵਿਚਾਰ ਹੁੰਦੀ ਹੈ, ਪਰ ਇਹ ਕਿਸੇ ਦੇ ਚੇਤੇ ਵੀ ਨਹੀਂ ਸੀ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੇਗੀ। ਹੁਣ ਇਹ ਘਟਨਾ ਕਿਸ ਨੇ, ਕਿਉਂ, ਕਿਵੇਂ, ਕਿਸ ਕਾਰਨ ਕੀਤੀ ਹੈ, ਇਹ ਕਹਿਣਾ ਮੁਸ਼ਕਿਲ ਹੈ, ਪਰ ਇਹ ਬੜੀ ਅਫਸੋਸਨਾਕ ਹੈ, ਦਰਦਨਾਕ ਹੈ। ਪਰਿਵਾਰ ਜਿਹੜਾ ਹੈ ਮਲਕ ਸਾਹਿਬ ਦਾ, ਉਸ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਫਰਜ਼ੰਦ, ਬੱਚੇ, ਉਹਨਾਂ ਦੀ ਪਤਨੀ, ਜਾਂ ਉਸ ਤੋਂ ਅੱਗੇ ਉਹਨਾਂ ਦੇ ਜਿਹੜੇ ਸਨੇਹੀ ਜਾਂ ਖਾਲਸਾ ਸਕੂਲਾਂ ਦੇ ਪ੍ਰਬੰਧਕ ਸਾਹਿਬਾਨ, ਵਿਦਿਆਰਥੀ ਜਾਂ ਹੋਰ ਸਾਰੇ ਪਰਿਵਾਰ ਹੈ ਜਿਹੜੇ, ਉਹ ਸਾਰੇ ਸਖਤੇ 'ਚ ਨਹੀਂ। ਇਸ ਵੇਲੇ ਇਸ ਘਟਨਾਕ੍ਰਮ ਦੇ ਬਾਰੇ ਵਿਸ਼ੇਸ਼ ਗੱਲਬਾਤ ਕਰਾਂਗੇ, ਜਿਸ ਦੇ ਵਿੱਚ ਸਾਡੇ ਨਾਲ ਉੱਘੇ ਪੱਤਰਕਾਰ ਗੁਰਪ੍ਰੀਤ ਸਿੰਘ ਸ਼ਾਮਲ ਨੇ, ਜਿਨ੍ਹਾਂ ਨੂੰ ਸਮੇਂ-ਸਮੇਂ ਰਿਪੁਦਮਨ ਸਿੰਘ ਮਲਕ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਈਵਨ ਜਿੱਥੇ ਫਿਰੋਜ਼ਪੁਰ ਪੰਜਾਬ ਦੇ ਵਿੱਚ ਉਹ ਰਿਹਾਇਸ਼ ਰਹੀ ਹੈ, ਉੱਥੇ ਵੀ ਜਾਣ ਦਾ ਮੌਕਾ ਮਿਲਿਆ, ਜਾਂ ਇਸ ਤੋਂ ਇਲਾਵਾ ਕਈ ਨੁਕਤਿਆਂ 'ਤੇ ਗਾਹੇ ਬਗਾਹੇ ਰਾਬਤਾ ਕਾਇਮ ਰਹਿੰਦਾ ਸੀ। ਅੱਜ ਜਦੋਂ ਰਿਪੁਦਮਨ ਸਿੰਘ ਮਲਕ, ਉਹਨਾਂ ਦਾ ਇਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਇਸ ਸਾਰੇ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਨੇ ਅਤੇ ਇਸ ਦੇ ਵੱਖ-ਵੱਖ ਪਹਿਲੂ ਕਿਹੜੇ-ਕਿਹੜੇ ਨੇ, ਉਸ 'ਤੇ ਰੌਸ਼ਨੀ ਪਾਉਣਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਦਰ ਸਿੰਘ, ਮੰਚ ਮੁਹੱਈਆ ਕਰਨ ਲਈ ਧੰਨਵਾਦ ਤੁਹਾਡਾ। ਰਿਪੁਦਮਨ ਸਿੰਘ ਮਲਕ ਜਿਹੜੇ ਹੁਣੇ ਹੀ ਜਦੋਂ ਅੱਜ ਸਵੇਰ ਦੀਆਂ ਖਬਰਾਂ ਆਈਆਂ ਅਤੇ ਉਹਨਾਂ 'ਤੇ ਜਿਹੜਾ ਹਮਲਾ ਹੋਇਆ, ਜਾਨਲੇਵਾ ਸਿੱਧ ਹੋਇਆ, ਸੋ ਇਸ ਵੇਲੇ ਮੌਤ ਹੋ ਚੁੱਕੀ ਹੈ ਉਹਨਾਂ ਦੀ। ਸੋ ਮੈਂ ਚਾਹਾਂਗਾ ਥੋੜ੍ਹਾ ਜਿਹਾ ਇਸ ਘਟਨਾ 'ਤੇ ਆਉਣ ਤੋਂ ਪਹਿਲਾਂ ਥੋੜ੍ਹਾ ਪਿਛੋਕੜ ਵਜੋਂ ਅਸੀਂ ਥੋੜ੍ਹੀ ਜਾਣਕਾਰੀ, ਰਿਪੁਦਮਨ ਸਿੰਘ ਮਲਕ ਕੈਨੇਡਾ 'ਚ ਉਸ ਦਾ ਸਫ਼ਰ, ਅਤੇ ਉਸ ਤੋਂ ਪਹਿਲਾਂ ਜੋ ਪੰਜਾਬ ਦੇ ਵਿੱਚ ਵੀ ਤੁਹਾਨੂੰ ਜਿੰਨੀ ਜਾਣਕਾਰੀ ਹੈ ਉਹ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰੋ। ਗੁਰਦਰ ਸਿੰਘ ਜੀ, ਮਲਿਕ ਤਾਂ ਇੱਕ ਸਫਲ ਬਿਜ਼ਨਸਮੈਨ ਸੀ ਔਰ ਕਾਫੀ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਵੀ ਰਹੇ, ਲੋਕਾਂ ਦੇ ਵਿਚਰਦੇ ਰਹੇ। ਇਹ ਗੱਲ ਸਹੀ ਹੈ ਕਿ ਏਅਰ ਇੰਡੀਆ ਕਾਂਡ ਵਿੱਚ ਉਹਨਾਂ ਨੂੰ ਮਤਲਬ ਇੱਕ ਤਰੀਕੇ ਨਾਲ ਸ਼ੱਕੀ ਵਿਅਕਤੀ ਦੇ ਤੌਰ 'ਤੇ ਗਰਦਾਨਿਆ ਗਿਆ, ਬਾਜ ਅਦਾਲਤ ਨੇ ਬਰੀ ਕਰ ਦਿੱਤਾ। ਉਸ ਦੇ ਕਰਕੇ ਜ਼ਰੂਰ ਸੁਰਖੀਆਂ ਵਿੱਚ ਰਹੇ ਨੇ,
ਪਰ ਨਿਰਾ ਪੂਰਾ ਉਹ ਕਾਰਨ ਨਹੀਂ ਸੀ ਕਿ ਉਹ ਸੁਰਖੀਆਂ 'ਚ ਰਹੇ। ਸਾਡੇ ਭਾਈਚਾਰੇ 'ਚ ਬਹੁਤ ਸਾਰੇ ਲੋਕ ਮਲਿਕ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਹੋਏ ਸੀ ਕਿ ਖਾਲਸਾ ਕ੍ਰੈਡਿਟ ਦਾ ਬੂਟਾ ਉਹਨਾਂ ਨੇ ਲਾਇਆ, ਖਾਲਸਾ ਸਕੂਲ ਦਾ ਬੂਟਾ ਉਹਨਾਂ ਨੇ ਲਾਇਆ, ਔਰ ਗੁਰੂ ਘਰਾਂ ਜੁੜੇ ਹੋਏ ਸੀ। ਇਸ ਕਰਕੇ ਲੋਕਾਂ ਦੇ ਵਿੱਚ ਕੁਝ ਲੋਕਾਂ 'ਚ ਬਹੁਤ ਜ਼ਿਆਦਾ ਉਹਨਾਂ ਪ੍ਰਤੀ ਸ਼ਰਧਾ ਵੀ ਸੀ ਅਤੇ ਸਤਿਕਾਰ ਵੀ ਸੀ। ਪਿੱਛੋਂ ਵੀ ਇਹ ਇੱਕ ਖਾਂਦੇ ਪੀਂਦੇ ਚੰਗੇ ਰੱਜੇ ਪੁੱਜੇ ਪਰਿਵਾਰ ਨਾਲ ਸੰਬੰਧਿਤ ਸੀ। ਫਿਰੋਜ਼ਪੁਰ ਮੇਰੀ ਪੋਸਟਿੰਗ ਸੀ ਟ੍ਰਿਬਿਊਨ ਦੇ ਨਾਲ, ਜਿਨ੍ਹਾਂ ਦਿਨਾਂ 'ਚ ਮਲਿਕ ਦੀ ਗ੍ਰਿਫਤਾਰੀ ਹੋਈ ਹੈ ਏਅਰ ਇੰਡੀਆ ਕਾਂਡ ਸੰਬੰਧ ਵਿੱਚ। ਤਾਂ ਮੈਂ ਇਹਨਾਂ ਦੇ ਜੱਦੀ ਘਰ ਗਿਆ, ਜਿਹੜਾ ਕਿ ਛਾਉਣੀ 'ਚ ਪੈਂਦਾ। ਉੱਥੇ ਇਹਨਾਂ ਦੇ ਕੁਝ ਰਿਸ਼ਤੇਦਾਰਾਂ ਨੂੰ ਮਿਲਿਆ, ਪੁਰਾਣੇ ਦੋਸਤਾਂ ਨੂੰ ਮਿਲਿਆ, ਜਿਹੜੇ ਕਾਲਜ ਪੜ੍ਹਦੇ ਸੀ ਉਹਦੇ 'ਚ ਨਾਲ ਦੇ ਜਿਹੜੇ ਸਹਿਪਾਠੀ ਉਹ ਮਿਲੇ। ਉਹਨਾਂ ਨੇ ਇਹਨਾਂ ਦੀ ਜਿਹੜੀ ਸ਼ਖਸੀਅਤ ਬਾਰੇ ਕਾਫੀ ਕੁਝ ਚਾਨਣਾ ਪਾਇਆ ਸੀਗਾ ਕਿ ਉਸ ਵੇਲੇ ਦੱਸਦੇ ਨੇ ਕਿ ਕਾਫੀ ਰੱਜਿਆ ਪੁੱਜਿਆ ਪਰਿਵਾਰ ਸੀ। ਇਹਨਾਂ ਦਾ ਇੱਕ ਦਵਾਖਾਨਾ ਹੁੰਦਾ ਸੀਗਾ, ਇੱਕ ਗੈਸ ਸਟੇਸ਼ਨ ਵੀ ਸੀ, ਔਰ ਜਦੋਂ ਛੋਟੀ ਉਮਰੇ ਢਿੱਡ ਪੰਨੇ ਰੁੜਦੇ ਹੁੰਦੇ ਸੀ ਤਾਂ ਸਨੇਹ ਨਾਲ ਉਹਨਾਂ ਨੂੰ ਮੱਛੂ ਵੀ ਕਿਹਾ ਗਿਆ। ਔਰ ਉਸਦੇ ਜਿਹੜੇ ਦੋਸਤ ਸੀ ਬਾਕੀ ਸਾਰੇ ਦੱਸਦੇ ਸੀ ਕਿ ਜਦੋਂ ਇੰਨੀ ਕਿ ਮਤਲਬ ਖਾਂਦੇ ਪੀਂਦੇ ਟੱਬਰ ਸੀ ਕਿ ਇਹਨਾਂ ਕੋਲ ਮੋਟਰਸਾਈਕਲ ਹੁੰਦਾ ਸੀਗਾ। ਬਹੁਤ ਘੱਟ ਹੁੰਦੇ ਸੀ ਵਿਦਿਆਰਥੀ ਜਿਹਨਾਂ ਕੋਲ ਉਸ ਸਮੇਂ ਦੌਰਾਨ ਮੋਟਰਸਾਈਕਲ ਹੋਵੇ। ਔਰ ਜਦੋਂ ਸਿੱਖਾਂ ਦੇ ਕੋਈ ਚੁਟਕਲੇ ਕੱਸਦਾ ਸੀ ਤਾਂ ਉਹਨਾਂ ਨੂੰ ਗੁੱਸਾ ਵੀ ਬਹੁਤ ਚੜ੍ਹਦਾ ਸੀ, ਪਰ ਗੁਰੂ ਘਰ ਨਾਲ ਜੁੜੇ ਹੋਏ ਸੀਗੇ। ਖੈਰ ਇਹ ਤਾਂ ਸੰਖੇਪ ਕਹਾਣੀ ਹੈ ਉਸ ਵੇਲੇ ਦੀ। ਸੋ ਕਈਆਂ ਨੂੰ ਸ਼ੰਕਾਵਾਂ ਸੀਗੀਆਂ ਕਿਉਂ ਗ੍ਰਿਫਤਾਰ ਕੀਤਾ ਗਿਆ, ਕੀ ਸੱਚਾਈ ਹੈ ਨਹੀਂ ਹੈ। ਖੈਰ ਅੱਗੇ ਚੱਲ ਕੇ 2005 'ਚ ਜਦੋਂ ਉਹ ਬਰੀ ਹੋਏ ਨੇ, ਉਹਨਾਂ ਦਿਨਾਂ 'ਚ ਮੇਰਾ ਕੈਨੇਡਾ ਪ੍ਰਵਾਸ ਹੋ ਚੁੱਕਿਆ ਸੀਗਾ। ਸੋ ਕੈਨੇਡਾ ਵਿੱਚ ਆਉਣ ਤੋਂ ਬਾਅਦ ਇਹ ਵੇਖਿਆ ਕਿ ਜਿਹੜੇ ਲੋਕਾਂ ਨੇ ਦੱਸਿਆ ਕਿ ਇੱਥੇ ਆ ਕੇ ਵੀ ਸ਼ੁਰੂ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਪਾਪੜ ਵੇਲੇ ਆ। ਕਿਸੇ ਵੇਲੇ ਕੇਟਰਿੰਗ ਦਾ ਬਿਜ਼ਨਸ ਵੀ ਹੁੰਦਾ ਸੀਗਾ। ਕਰਦਿਆਂ ਉਹਨਾਂ ਨੇ ਸਤਨਾਮ ਐਜੂਕੇਸ਼ਨ ਸੁਸਾਇਟੀ ਖੜੀ ਕੀਤੀ, ਖਾਲਸਾ ਸਕੂਲ ਦਾ ਬੂਟਾ ਲਾਇਆ, ਖਾਲਸਾ ਕ੍ਰੈਡਿਟ ਯੂਨੀਅਨ ਦਾ ਬੂਟਾ ਲਾਇਆ। ਅੱਜ ਇਹ ਸੰਸਥਾਵਾਂ ਕਈ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ। ਸੋ 2005 ਵਿੱਚ ਜਦੋਂ ਇਹ ਬਰੀ ਹੋਏ ਤਾਂ ਉਸ ਤੋਂ ਪਹਿਲਾਂ ਇਹ ਪੂਰਾ ਮੀਡੀਆ 'ਚ ਅਕਸਰ ਖਬਰਾਂ ਹੁੰਦੀਆਂ ਸੀ ਕਿ ਰਿਪੁਦਮਨ ਸਿੰਘ ਮਲਿਕ ਉੱਪਰ ਏਅਰ ਇੰਡੀਆ ਕਾਂਡ ਦੇ ਵਿੱਚ ਸ਼ਾਮਲ ਲੋਕਾਂ ਨੂੰ ਫਾਈਨਾਂਸ ਕਰਨ ਦਾ ਦੋਸ਼ ਹੈ। ਪਰ ਬਾਅਦ 'ਚ ਸਬੂਤਾਂ ਦੀ ਘਾਟ ਕਾਰਨ 2005 'ਚ ਬਰੀ ਕੀਤਾ ਗਿਆ। ਮਲਿਕ ਨੇ ਮਹਿਸੂਸ ਕੀਤਾ ਕਿ ਮੇਰੇ ਨਾਲ ਧੱਕਾ ਹੋਇਆ, ਦੁਬਾਰਾ ਕੋਰਟ ਕੋਲ ਗਏ। ਉਸੇ ਜੱਜ ਨੇ ਇਹ ਕਿਹਾ ਕਿ ਜਿਹੜਾ ਤੁਹਾਨੂੰ ਬਰੀ ਕੀਤਾ ਸੀਗਾ ਉਹ ਤੁਹਾਡੇ ਬੇਗੁਨਾਹੀ ਦਾ ਸਰਟੀਫਿਕੇਟ ਨਹੀਂ ਸੀ ਦਿੱਤਾ ਸੀ, ਸਬੂਤਾਂ ਦੀ ਘਾਟ ਕਾਰਨ ਬਰੀ ਕੀਤਾ ਗਿਆ। ਇਹ ਬਹੁਤ ਵੱਡਾ ਝਟਕਾ ਸੀ ਮਲਿਕ ਵਾਸਤੇ। ਖੈਰ ਇਹ ਤਾਂ ਚਲੋ ਕਹਾਣੀ ਹੋਈ ਏਅਰ ਇੰਡੀਆ ਨਾਲ ਜੁੜੀ ਹੋਈ। ਉਸ ਤੋਂ ਬਾਅਦ ਰਿਪੁਦਮਨ ਸਿੰਘ ਮਲਿਕ ਦੀ ਕੋਸ਼ਿਸ਼ ਸੀ ਕਿ ਗੁਰੂ ਗ੍ਰੰਥ ਸਾਹਿਬ ਛਪਾਈ ਦਾ ਕੰਮ ਇੱਥੇ ਹੋਵੇ। ਉਸ ਦੇ ਵੇਲੇ ਵੀ ਮਤਲਬ ਇਹ ਰੌਲਾ ਪਿਆ ਕਿ ਵੀ ਇਹ ਛਪਾਈ ਦਾ ਕੰਮ ਇਹਨਾਂ ਨੂੰ ਕਿਉਂ ਦਿੱਤਾ ਜਾਵੇ। ਫਿਰ ਇਸ ਤੋਂ ਇਲਾਵਾ ਪਿੱਛੇ ਜੇ 2019 ਵਿੱਚ ਵੀਜ਼ਾ ਲੈ ਕੇ ਇੰਡੀਆ ਗਏ। ਚਲੋ ਇੰਡੀਆ ਜਾਣਾ ਤਾਂ ਇੱਕ ਵੱਖਰੀ ਗੱਲ ਹੈ, ਪਰ ਉੱਥੇ ਜਾ ਕੇ ਰੌ ਦੇ ਮੁਖੀ ਨਾਲ ਟੱਬਰ ਮਿਲਦਾ, ਜਿਸ ਦੀ ਪੁਸ਼ਟੀ ਉਹਨਾਂ ਦੇ ਭਰਾ ਨੇ ਚੜ੍ਹਦੀ ਕਲਾ TV ਇੰਟਰਵਿਊ ਵਿੱਚ ਕੀਤੀ। ਮਗਰੋਂ ਮਲਿਕ ਦੇ ਨਾਂ ਖੁੱਲ੍ਹਾ ਪੱਤਰ ਲੈ ਕੇ ਤਾਰੀਫਾਂ ਦੇ ਪੁੱਲ ਬੰਨ੍ਹ ਦਿੱਤੇ। ਸੋ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ। ਪਰ ਮੈਂ ਮਹਿਸੂਸ ਕਰਦਾ ਕਿ ਕਤਲ ਜਿਸ ਨੇ ਵੀ ਕੀਤਾ ਹੋਊਗਾ, ਇਹ ਪਤਾ ਲਾਉਣ ਦੀ ਲੋੜ ਹੈ ਕਿ ਮਕਸਦ ਕੀ ਰਿਹਾ ਹੋਏਗਾ। ਅਜੇ ਦਾਅਵੇ ਨਾਲ ਕੁਝ ਵੀ ਕਹਿਣਾ ਔਖਾ। ਅਟਕਲ ਵਜੋਂ ਕਈ ਤਰ੍ਹਾਂ ਦੇ ਲਾਏ ਜਾ ਰਹੇ ਨੇ। ਮੇਰਾ ਇਹ ਮੰਨਣਾ ਕਿ ਹਰ ਤਰ੍ਹਾਂ ਦੀ ਸੰਭਾਵਨਾ 'ਤੇ ਗੌਰ ਕੀਤਾ ਜਾਣਾ ਚਾਹੀਦਾ। ਕਿਸੇ ਵੀ ਸੰਭਾਵਨਾ ਨੂੰ ਰੱਦ ਨਾ ਕਰੋ, ਕੋਈ ਸੰਭਾਵਨਾ ਵੀ ਹੋ ਸਕਦੀ। ਕਿਉਂਕਿ ਜਦੋਂ ਏਅਰ ਇੰਡੀਆ ਕਾਂਡ ਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੈਂ ਆਪ ਖਬਰਾਂ ਦੇਖੀਆਂ, ਜਦੋਂ ਰਿਪੁਦਮਨ ਸਿੰਘ ਮਲਿਕ ਅਤੇ ਅਜੈਬ ਸਿੰਘ ਬਾਗੜੀ ਨੂੰ ਬਰੀ ਕੀਤਾ ਗਿਆ ਤਾਂ ਕੁਝ ਹਲਕਿਆਂ 'ਚ ਖਬਰਾਂ ਚੱਲੀਆਂ ਸੀਗੀਆਂ ਕਿ ਜਿਹੜੇ ਏਅਰ ਇੰਡੀਆ ਨਾਲ ਜੁੜੇ ਹੋਏ ਟੱਬਰ ਨੇ ਉਹਨਾਂ ਵਿੱਚ ਗੁੱਸਾ ਹੋ ਸਕਦਾ, ਕੱਲ੍ਹ ਕੋਈ ਬਦਲਾ ਲਊ ਕਾਰਵਾਈ ਵੀ ਕਰ ਬੈਠੇ। ਸੋ ਕੀ ਪਤਾ ਉਸ ਹਲਕੇ ਤੋਂ ਕੋਈ ਕਾਰਵਾਈ ਹੋਈ ਹੋਵੇ। ਫਿਰ ਜਿਹੜਾ ਇਹਨਾਂ ਨਾਲ ਹੁਣ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਨੂੰ ਲੈ ਕੇ ਵਾਦ ਚੱਲ ਰਿਹਾ ਸੀ ਪੰਥਕ ਧਿਰਾਂ ਦੇ ਨਾਲ, ਜਾਂ ਮਲਿਕ ਨੂੰ ਚਿੱਠੀ ਲਿਖਣ ਦੇ ਬਾਬਤ, ਉਹਨੂੰ ਲੈ ਕੇ ਵੀ ਕੋਈ ਕਾਰਨ ਬਣਿਆ ਹੋ ਸਕਦਾ। ਰਿਪੁਦਮਨ ਸਿੰਘ ਮਲਿਕ ਦਾ ਆਪਣਾ ਸਫਲ ਬਿਜ਼ਨਸ ਸੀਗਾ, ਕੀ ਪਤਾ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਕਿਸੇ ਨੂੰ ਮਲਿਕ ਦੀ ਤਰੱਕੀ ਰੜਕਦੀ ਹੋਵੇ। ਕਈ ਕਾਰਨ ਹੋ ਸਕਦੇ। ਮੈਂ ਕਹਿਣਾ ਚਾਹੁੰਦਾ ਕਿ ਵੀ ਕਿਸੇ ਸੰਭਾਵਨਾ ਨੂੰ ਰੱਦ ਨਾ ਕਰੋ। ਪਰ ਕੁਝ ਮੀਡੀਆ ਵਾਲੇ ਬਹੁਤ ਨਾ ਸਮਝੀ ਵਿੱਚੋਂ ਇਹ ਕਹਿ ਸਕਦੇ ਆ, ਜਾਂ ਸ਼ਾਇਦ ਏਜੰਡਾ ਹੋਊਗਾ ਉਹਨਾਂ ਦਾ, ਉਹ ਤਾਂ ਹੁਣ ਤੋਂ ਹੀ ਲਿਖਣਾ ਸ਼ੁਰੂ ਕਰਤਾ ਉਹਨਾਂ ਨੇ ਕਿ ਮਲਿਕ ਦੀ ਮੌਤ ਦਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਮਲਿਕ ਨੇ ਮੋਦੀ ਨੂੰ ਚਿੱਠੀ ਲਿਖੀ ਸੀਗੀ। ਜਾਣੀ ਕਿ ਜਿਸ ਤਰ੍ਹਾਂ ਦੀ ਸਿਆਸਤ ਪਹਿਲਾਂ ਚੱਲਦੀ ਰਹੀ ਹੈ ਕੈਨੇਡਾ ਵਿੱਚ, ਤਾਰਾ ਸਿੰਘ ਹੇਅਰ ਦੇ ਕਤਲ ਤੋਂ ਬਾਅਦ ਤਾਰਾ ਸਿੰਘ ਹੇਅਰ ਦਾ ਪੁਰਾਣਾ ਸਾਰਾ ਕਿਰਦਾਰ ਭੁਲਾ ਕੇ ਇੱਕੋ ਦਮ ਉਹਨੂੰ ਸ਼ਹੀਦ ਬਣਾ ਲਿਆ, ਮੋਡਰੇਟਾਂ ਦਾ ਇੱਕ ਮੁਜੱਸਮਾ ਬਣਾ ਲਿਆ। ਉਹੋ ਜਿਹੀ ਸਿਆਸਤ ਹੁਣ ਵੀ ਖੇਡੀ ਜਾ ਰਹੀ ਹੈ। ਕਿਉਂਕਿ ਮਲਿਕ ਨੇ ਜਦੋਂ ਪਾਸਾ ਵੱਟ ਲਿਆ, ਖਾਲਿਸਤਾਨ ਤਹਿਰੀਕ ਤੋਂ ਦੂਰੀ ਬਣਾ ਲਈ, ਮਲਿਕ ਨੇ ਮੋਦੀ ਦੇ ਹੱਥ 'ਚ ਚਿੱਠੀ ਲਿਖਤੀ, ਤਾਂ ਉਸ ਤੋਂ ਬਾਅਦ ਇੱਕ ਜ਼ਾਹਿਰਾ ਤੌਰ 'ਤੇ ਇਹ ਗੱਲ ਉਡਾਣੀ ਬਹੁਤ ਸੌਖੀ ਹੋ ਜਾਂਦੀ ਆ ਕਿ ਜਿਹੜਾ ਕਤਲ ਹੋਇਆ ਸ਼ਾਇਦ ਇਸ ਦੇ ਪਿੱਛੇ ਖਾਲਸਾ ਦਾ ਹੱਥ ਹੋਵੇ। ਉਹਨਾਂ ਦੇ ਸਿਰ ਮੜਨੀ ਗੱਲ ਸੌਖੀ ਜੀ ਹੋ ਜਾਂਦੀ ਕਾਫੀ। ਸੋ ਜਿਹੜਾ ਮੀਡੀਆ ਟਰਾਇਲ ਚੱਲ ਪਿਆ ਬਿਨਾਂ ਕਿਸੇ ਛਾਣਬੀਣ ਜਾਂ ਕਿਸੇ ਆਧਾਰ ਦੇ ਉੱਤੇ ਇੱਕ ਸਿੱਟਾ ਕੱਢ ਕੇ ਜੋ ਕਿਸੇ ਨੂੰ ਅਟਕਲ ਬਚੂ ਲਾਏ ਜਾ ਰਹੇ ਆ, ਮੈਂ ਸਮਝਦਾ ਇਸ ਸਮੇਂ ਤੋਂ ਪਹਿਲਾਂ ਦੀਆਂ ਗੱਲਾਂ ਨੇ ਔਰ ਬਹੁਤ ਕੱਚੀਆਂ ਗੱਲਾਂ ਨੇ। ਜਿਸ ਵਿਸਤਾਰ ਨਾਲ ਹਵਾਲੇ ਜਿਹੜੇ ਕਿ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਸਫ਼ਰ ਬਾਰੇ ਨੇ, ਜਿਵੇਂ ਕਿ ਪੰਜਾਬ ਦੇ ਵਿੱਚ ਜਨਮ ਹੋਇਆ, ਬਾਅਦ ਦੇ ਵਿੱਚ ਕੈਨੇਡਾ ਆਏ, ਇੱਥੇ ਆ ਕੇ ਭਾਈ ਜੀਵਨ ਸਿੰਘ ਜਿਹੜੇ ਅਖੰਡ ਕੀਰਤਨੀ ਜਥੇ ਦੇ ਬੜੇ ਉੱਘੇ ਆਗੂ ਸਨ, ਉਹਨਾਂ ਨੇ ਇਹਨਾਂ ਦੇ ਜੀਵਨ ਨੂੰ ਬਦਲਿਆ। ਪਹਿਲਾਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਡਾਊਨਟਾਊਨ ਦੇ ਵਿੱਚ ਵੱਖਰੇ ਕਿਸਮ ਦਾ ਲਾਈਫ ਸਟਾਈਲ ਮਲਕ ਦਾ ਰਿਹਾ ਅਤੇ ਉਹ ਇਸ ਤਰ੍ਹਾਂ ਧਾਰਮਿਕ ਤੌਰ 'ਤੇ ਇਸ ਤਰ੍ਹਾਂ ਦੀ ਪਹੁੰਚ ਨਹੀਂ ਸੀ, ਪਰ ਭਾਈ ਜੀਵਨ ਸਿੰਘ ਦੀ ਪ੍ਰੇਰਨਾ ਹੋਈ, ਜੀਵਨ ਬਦਲਿਆ, ਤਬਦੀਲ ਹੋਇਆ। ਫਿਰ ਕਿਤਾਬਾਂ ਦੇ ਸਟਾਲ ਲਾ ਕੇ ਗੁਰਬਾਣੀ ਰਹਿਤ ਮਰਜ਼ਾਦਾ ਜਾਂ ਉਹਨਾਂ ਨੂੰ ਵੇਚਣਾ,
ਉਸ ਸਫ਼ਰ ਦੇ ਦੌਰਾਨ ਹੀ ਹੌਲੀ ਹੌਲੀ ਜਿਹੜਾ ਹੈ ਕਾਰੋਬਾਰੀ ਪੱਖੋਂ ਵੀ ਸ਼ੁਰੂ ਕੀਤਾ ਇਹਨਾਂ ਨੇ, ਜਿਹੜਾ ਕਿ ਕੱਪੜਿਆਂ ਦਾ ਬਿਜ਼ਨਸ ਹੈ, ਵਪਾਰ ਜਿਹੜਾ ਅਲੱਗ-ਅਲੱਗ ਕਿਸਮ ਦੇ ਦੇਸ਼ਾਂ ਦੇ ਵਿੱਚ ਜਾਂ ਵੱਖ-ਵੱਖ ਵਪਾਰ ਦੇ ਪਹਿਲੂ ਸਨ। ਪਰ ਉਸ ਤੋਂ ਵੱਡੀ ਗੱਲ ਸਤਨਾਮ ਐਜੂਕੇਸ਼ਨ ਟਰਸਟ ਸੀ, ਜਿਸ ਦੇ ਅਧੀਨ ਇਹ ਸਕੂਲ ਚੱਲੇ ਤੇ ਅੱਜ ਵੀ ਚੱਲ ਰਹੇ ਨੇ। ਵੱਖ-ਵੱਖ ਚਾਹੇ ਮਿਸ਼ਨ ਤੋਂ ਲੈ ਕੇ ਸਰੀ ਦੀਆਂ ਵੱਖ-ਵੱਖ ਲੋਕੇਸ਼ਨ ਆਉਂਦੇ ਦਿਨਾਂ, ਐਬਸਫੋਰਡ ਜਾਂ ਹੋਰ। ਪਰ ਖਾਲਸਾ ਕ੍ਰੈਡਿਟ ਯੂਨੀਅਨ ਬਾਰੇ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦੀ ਪਹਿਲੀ ਵਿੱਤੀ ਸੰਸਥਾ ਜਿਹੜੀ ਹੈ ਉਸ ਦਾ ਇੱਕ ਇਤਿਹਾਸਕ ਸਫ਼ਰ ਹੈ ਕੈਨੇਡਾ ਦੀ ਧਰਤੀ 'ਤੇ, ਜੋ ਇਹਨਾਂ ਦੀ ਬੜੀ ਵੱਡੀ ਦੇਣ ਸੀ। ਬੇਸ਼ੱਕ ਉਸ ਦੇ ਵਿੱਚ ਬਾਕੀਆਂ ਨੇ ਬੜੀ ਵੱਡੀ ਭੂਮਿਕਾ ਨਿਭਾਈ, ਪਰ ਕਿਸੇ ਧਨਾੜ ਵਿਅਕਤੀ ਜਾਂ ਕੋਈ ਇਹੋ ਜਿਹਾ ਵਿਅਕਤੀ ਅੱਗੇ ਲੱਗਣ ਲਈ ਤਿਆਰ ਹੋਵੇ ਉਹ ਰਿਪੁਦਮਨ ਸਿੰਘ ਮਲਿਕ ਸੀ। ਇਹ ਗੱਲ ਉਸ ਸਮੇਂ ਤੋਂ ਅੱਜ ਵੀ ਕਹੀ ਜਾ ਸਕਦੀ ਹੈ, ਜਾਂ ਕੈਨੇਡਾ ਦੇ ਅਸੀਂ ਸਿੱਖ ਹਿਸਟਰੀ ਦੇ ਵਿੱਚ ਵੀ ਇਸ ਪੰਨੇ ਨੂੰ ਜਦੋਂ ਜ਼ਿਕਰ ਕਰਦੇ ਹਾਂ। ਦੂਸਰੇ ਪਾਸੇ ਵਿਵਾਦਗ੍ਰਸਤ ਸ਼ਖਸੀਅਤ ਦੇ ਤੌਰ 'ਤੇ ਜਿਹੜੀਆਂ ਗੱਲਾਂ ਨੇ ਉਹ ਅੱਖੋਂ ਪਰੋਖੇ ਨਹੀਂ ਕੀਤੀਆਂ ਜਾ ਸਕਦੀਆਂ। ਇਹ ਵੀ ਗੱਲ ਹੈ ਕਿ ਅਖੰਡ ਕੀਰਤਨੀ ਜਥੇ ਨਾਲ ਜੁੜੇ ਬਹੁਤ ਅਹਿਮ ਜਿਹੜੇ ਪੱਖ ਨੇ, ਉਹਨਾਂ ਦੇ ਵਿੱਚੋਂ ਖਾਲਿਸਤਾਨ ਮੂਵਮੈਂਟ ਦੀ ਜਿਹੜੀ ਗੱਲ ਚੱਲਦੀ ਹੈ ਉਹਦੇ ਵਿੱਚ ਤਲਵਿੰਦਰ ਸਿੰਘ ਬੱਬਰ ਦੀ ਗੱਲ ਚੱਲਦੀ ਹੈ, ਇਹਨਾਂ ਦੋਨਾਂ ਦੀ ਸਨੇਹ ਦੀ ਗੱਲ ਚੱਲਦੀ ਹੈ। ਇਹ ਵੀ ਇਤਿਹਾਸਕ ਤੱਥ ਹੈ ਕਿ ਉਹਨਾਂ ਦੀ ਆਪਸੀ ਨੇੜਤਾ ਸੀ, ਜਾਂ ਇੰਦਰਜੀਤ ਸਿੰਘ ਰਿਆਤ ਜਾਂ ਉਸ ਪਰਿਵਾਰ ਨਾਲ ਨੇੜਤਾ, ਜੋ ਵੀ ਕਿਹਾ ਜਾਂਦਾ ਹੈ। ਫਾਈਨੈਂਸ ਦੀ ਸਪੋਰਟ ਵਾਲੀ ਗੱਲ ਚੱਲਦੀ ਹੈ ਜਾਂ ਹੋਰ ਹੈ। ਪਰ ਇਸ ਦੇ ਵਿੱਚ ਉਹਨਾਂ ਦਾ ਬਰੀ ਹੋ ਜਾਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਜਾਂ ਤਾਂ ਜਿਹੜੀਆਂ ਟੇਪਾਂ ਨਸ਼ਟ ਕੀਤੀਆਂ ਗਈਆਂ, ਜੋ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ, ਜਾਂ ਹੋਰ ਪਹਿਲੂ ਸਨ, ਉਹ ਬੜੇ ਵਿਚਾਰਨਯੋਗ ਨੇ। ਪਰ ਜਿਹੜੇ ਲੋਕਾਂ ਨੇ ਯੂ ਟਰਨ ਮਾਰਿਆ, ਜਿਹੜੇ ਮਲਕ ਹੁਰਾਂ ਦੇ ਲਈ ਲਗਾਤਾਰ ਆਲੋਚਨਾ ਕਰਦੇ ਹੋਏ ਉਹਨਾਂ 'ਤੇ ਚਿੱਕੜ ਸੁੱਟਦੇ ਸਨ, ਅਕਸਰ ਇਹ ਗੱਲ ਕਰਦੇ ਸਨ ਇਹ ਬਹੁਤ ਵੱਡਾ ਖਾਲਿਸਤਾਨੀ ਆਗੂ ਹੈ ਅਤੇ ਇਹ ਇੰਨੇ ਬੰਦਿਆਂ ਦਾ ਕਾਤਲ ਹੈ। ਉਹਨਾਂ ਨੇ ਜਦੋਂ ਹੀ ਭਾਰਤ ਸਰਕਾਰ ਦੀ ਅਪਰੋਚ ਬਦਲੀ ਤਾਂ ਉਸ ਤੋਂ ਬਾਅਦ ਪੁਲ ਬਣਨੇ ਸ਼ੁਰੂ ਕਰ ਦਿੱਤੇ। ਇਹ ਇੱਕ ਇਸ ਤਰ੍ਹਾਂ ਦਾ ਮੋੜ ਸੀ ਜਿਹੜਾ ਕਿ ਆਮ ਬੰਦਿਆਂ ਨੂੰ ਹੈਰਾਨੀਜਨਕ ਵੀ ਲੱਗਦਾ ਸੀ ਕਿ ਉਹ ਬੰਦਾ ਜਿਹੜਾ ਹੈ ਵਿਅਕਤੀ ਜਿਸ ਦੇ ਉੱਪਰ ਤੁਸੀਂ ਇਹ ਦੋਸ਼ ਮੜ ਕੇ ਬਾਕਾਇਦਾ ਤੌਰ 'ਤੇ ਸਾਰੀ ਭਾਈਚਾਰਾ ਕਮਿਊਨਿਟੀ ਨੂੰ ਜਿਹੜਾ ਨਿਸ਼ਾਨੇ 'ਤੇ ਰੱਖ ਰਹੇ ਹੋ, ਅੱਜ ਤੁਹਾਡੀ ਪਹੁੰਚ ਕਿਵੇਂ ਬਦਲ ਗਈ। ਅਤੇ ਇਹੋ ਜਿਹੇ ਲੋਕ ਹੁਣ ਵੀ ਮੀਡੀਆ ਟਰਾਇਲ ਚਲਾ ਰਹੇ ਨੇ, ਜਦ ਕਿ ਇਹ ਬਹੁਤ ਔਖਾ ਕਹਿਣਾ ਕਿ ਇਹ ਫਲਾਂ ਵਿਅਕਤੀ ਜਾਂ ਫਲਾਂ ਸੰਸਥਾਵਾਂ ਜਾਂ ਇਹ ਧਿਰਾਂ ਉਹ ਕਤਲ ਕਰ ਸਕਦੀਆਂ ਨੇ ਜਿਨ੍ਹਾਂ ਨੂੰ ਮੁਫਾਦ ਜਿਨ੍ਹਾਂ ਦੇ ਪੂਰੇ ਹੁੰਦੇ ਨੇ। ਸਭ ਤੋਂ ਵੱਡਾ ਏਜੰਸੀਆਂ ਦਾ ਕੰਮ ਹੈ, ਜਿਹੜੀਆਂ ਏਜੰਸੀਆਂ ਦੇ ਬਾਰੇ ਅੱਜ ਵੀ ਕਿਹਾ ਜਾ ਰਿਹਾ, ਤੱਥ ਸਾਹਮਣੇ ਆ ਰਹੇ ਨੇ ਕਿ ਏਅਰ ਇੰਡੀਆ ਡਿਜ਼ਾਸਟਰ ਵੀ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਛੋਟੀ ਸੰਸਥਾ ਨਹੀਂ ਕਰ ਸਕਦੀ। ਇਹ ਵੀ ਬਾਕਾਇਦਾ ਮਿੱਥ ਚੁਣ ਕੇ ਏਜੰਸੀਆਂ ਨੇ ਕੀਤਾ, ਅਤੇ ਇਸ ਦੇ ਬਾਰੇ ਹੋਰ ਖੋਜ ਦੀ ਲੋੜ ਹੈ। ਜਿਹੜੇ ਇੱਕਦਮ ਇੱਕ ਵਿਅਕਤੀਆਂ ਦਾ ਨਾਂ ਲਾ ਕੇ ਏਜੰਸੀਆਂ ਨੂੰ, ਹਕੂਮਤਾਂ ਨੂੰ ਬਰੀ ਕਰ ਦਿੰਦੇ ਨੇ, ਉਸੇ ਤਰ੍ਹਾਂ ਇਸ ਗੱਲ ਨੂੰ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਇਹ ਕੰਮ ਵੀ ਕਮਿਊਨਿਟੀ 'ਚ ਪਾੜਾ ਪਾਉਣ ਲਈ ਜਾਂ ਇੱਕ ਖਾਸ ਕਿਸਮ ਦਾ ਬਿਰਤਾਂਤ ਸਿਰਜਣ ਲਈ, ਲਓ ਜੀ ਇਹ ਮੋਦੀ ਦੇ ਹੱਕ 'ਚ ਹੋ ਗਏ, ਇਸ ਕਰਕੇ ਇਉਂ ਕਰਤੇ, ਇਹਨਾਂ ਨੇ ਚਿੱਠੀ ਲਿਖਤੀ ਇਸ ਕਰਕੇ ਕਰਤਾ, ਜਾਂ ਇਹ ਹੈ ਸਾਰਾ ਕੁਛ। ਇੱਕਦਮ ਇਹ ਡਿਸੀਜ਼ਨ 'ਤੇ ਪਹੁੰਚਣਾ ਔਖਾ ਹੈ, ਕੁਝ ਵੀ ਹੋ ਸਕਦਾ ਹੈ, ਕਿਸੇ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਪਰ ਜਿਹੜੀਆਂ ਏਜੰਸੀ ਦੀ ਪਹੁੰਚ ਰਹੀ ਹੈ ਏਅਰ ਇੰਡੀਆ ਤੋਂ ਲੈ ਕੇ ਹੁਣ ਤੱਕ, ਅਤੇ ਅੱਜ ਦੀ ਜਿਹੜੀ ਘਟਨਾ ਉਸ ਨੂੰ ਵੀ, ਜੇ ਤੁਸੀਂ ਉਸ ਪ੍ਰਸਪੈਕਟਿਵ ਨੂੰ ਬਰੀਕੀ ਨਾਲ ਦੇਖੋ ਤਾਂ ਕੀ ਕਹਿਣਾ ਚਾਹੋਗੇ? ਗੁਰਦਰ ਸਿੰਘ ਜੀ, ਗੱਲ ਸਰ ਦੋ ਗੱਲਾਂ ਧਿਆਨ ਮੰਗਦੀਆਂ। ਜਿਹੜਾ ਇਹ ਕਤਲ ਅੱਜ ਹੋਇਆ, ਇਸ ਵਿੱਚ ਕੀ ਤੱਥ ਨੇ? ਤੱਥ ਇਹ ਨੇ ਕਿ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਉਹਨਾਂ ਨੇ ਬਾਅਦ 'ਚ ਉਸੇ ਗੱਡੀ ਨੂੰ ਲੂ ਦਿੱਤਾ। ਪਿਛਲੇ ਕੁਝ ਸਮਿਆਂ ਤੋਂ ਲਗਾਤਾਰ ਇਹ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਨੇ, ਕਿਵੇਂ ਗੱਡੀਆਂ ਉਧਾਰੀਆਂ ਜਾਂਦੀਆਂ, ਵਾਰਦਾਤ ਦੀ ਵਰਤੀਆਂ ਜਾਂਦੀਆਂ, ਮਗਰ ਉਹਨਾਂ ਗੱਡੀਆਂ ਨੂੰ ਅੱਗਾ ਲਾ ਕੇ ਫੂਕਤਾ ਜਾਂਦਾ ਸਬੂਤਾਂ ਨੂੰ ਮਿਟਾਉਣ ਦੀ ਖਾਤਰ। ਇਹ ਕੰਮ ਕੌਣ ਕਰ ਰਿਹਾ? ਬੜੀ ਸਫਾਈ ਨਾਲ ਕੰਮ ਹੋ ਰਿਹਾ, ਪ੍ਰੋਫੈਸ਼ਨਲ ਕਿਸਮ ਦੇ ਲੋਕ ਕਰ ਰਹੇ। ਪ੍ਰੋਫੈਸ਼ਨਲ ਕਿਸਮ ਦੇ ਲੋਕਾਂ ਤੋਂ ਜਦੋਂ ਕੰਮ ਕਰਵਾਇਆ ਜਾਂਦਾ ਤਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਕੰਮ ਕਿਹਦੇ ਕਹਿਣ 'ਤੇ ਹੋਇਆ, ਉਸ ਦਾ ਮਕਸਦ ਕੀ ਆ। ਉਹਨਾਂ ਨੇ ਸੁਪਾਰੀ ਲਈ ਕੰਮ ਕੀਤਾ ਅਤੇ ਡੰਡੀ ਪਏ। ਸੋ ਇਹ ਜਦੋਂ ਕੰਮ ਹੋਵੇ ਤਾਂ ਜ਼ਾਹਿਰਾ ਤੌਰ 'ਤੇ ਤੁਹਾਡੇ ਮਨ 'ਚ ਸਵਾਲ ਉੱਠਣੇ ਚਾਹੀਦੇ ਕਿ ਇਸ ਦੇ ਵਿੱਚ ਕਿਹੜੀ ਵੱਡੀ ਤਾਕਤ ਇਨਵੋਲਵ ਹੋ ਸਕਦੀ ਹੈ। ਆਖਿਰ ਜੇ ਇਸ ਤਰ੍ਹਾਂ ਦਾ ਕੰਮ ਹੋਇਆ, ਲੱਗਦਾ ਪੈਸੇ ਦਾ ਦੇ ਕੇ ਕਰਵਾਇਆ ਗਿਆ ਹੋਊਗਾ। ਇਹ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ। ਇਸ ਵਿੱਚ ਇਸ ਤਰ੍ਹਾਂ ਦਾ ਸ਼ੇਡ ਨਜ਼ਰ ਨਹੀਂ ਆ ਰਿਹਾ ਕਿ ਕਿਸੇ ਨੇ ਬਹੁਤ ਭਾਵਨਾਤਮਕ ਤੌਰ 'ਤੇ ਜਾ ਕੇ ਕਤਲ ਕਰ ਦਿੱਤਾ, ਜਾਂ ਮਗਰ ਜ਼ਿੰਮੇਵਾਰੀ ਲੈ ਲਈ, ਜਾਂ ਇਹ ਕਹਿ ਦਿੱਤਾ ਸੀ ਸੌਦਾ ਲਾਇਆ, ਇਹੋ ਜਿਹੀ ਗੱਲ ਹੋਈ ਹੋਵੇ। ਇਹੋ ਜਿਹਾ ਕੁਛ ਨਜ਼ਰ ਨਹੀਂ ਆ ਰਿਹਾ। ਸੋ ਜਿਸ ਦੇ ਕਰਕੇ ਕਈ ਸਵਾਲਾਂ ਦੇ ਜਵਾਬ ਤਾਂ ਭਵਿੱਖ ਦੀ ਕੁੱਖ ਵਿੱਚ ਨੇ। ਪਰ ਇਹ ਵੀ ਸਾਨੂੰ ਦੇਖਣਾ ਪੈਣਾ ਕਿ ਏਅਰ ਇੰਡੀਆ ਕਾਂਡ ਦੇ ਵਿੱਚ ਪਹਿਲਾਂ ਵੀ ਸਫਾਈ ਨਾਲ ਕਤਲ ਹੋਏ ਨੇ, ਜਿਨ੍ਹਾਂ ਦਾ ਕੋਈ ਖੁਰਾ ਖੋਜ ਲੱਭਾ ਹੀ ਨਹੀਂਗਾ। ਤਾਰਾ ਹੇਰ ਦਾ ਕਤਲ ਲਾ ਲਓ, ਤਰਸੇਮ ਸਿੰਘ ਪੂਰੇਵਾਲ ਦਾ ਕਤਲ ਲਾ ਲਓ, ਕਈ ਕਤਲ ਜੁੜੇ ਹੋਏ ਨੇ ਇਸ ਪੂਰੇ ਦੁਖਾਨ ਦੇ ਨਾਲ। ਹੁਣ ਮਲਿਕ, ਜਿਸ ਦੇ ਉੱਤੇ ਕੱਲ੍ਹ ਤੱਕ ਦੋਸ਼ ਸੀ ਕਿ ਏਅਰ ਇੰਡੀਆ ਕਾਂਡ ਦਾ ਇਹ ਮਤਲਬ ਫਾਈਨਾਂਸਰ ਸੀਗਾ ਉਹਨਾਂ ਲੋਕਾਂ ਲਈ ਜਿਹੜੇ ਲੋਕ ਸਾਜ਼ਿਸ਼ ਸ਼ਾਮਲ ਸੀਗੇ, ਅੱਜ ਉਸ ਦਾ ਸਫਾਈ ਨਾਲ ਕਤਲ ਹੋਇਆ। ਸਵਾਲ ਤਾਂ ਉੱਠਣੇ ਚਾਹੀਦੇ, ਪਰ ਕੀ ਅਸੀਂ ਉਹਨਾਂ ਸਵਾਲਾਂ ਵੱਲ ਧਿਆਨ ਦੇ ਰਹੇ ਹਾਂ? ਹੁਣ ਦੇਖਣਾ ਹੈ ਕਿ ਕਿਸ ਤਰ੍ਹਾਂ ਦੀ ਪਾਲਾਬੰਦੀ ਦੀ ਸਿਆਸਤ ਖੇਡੀ ਜਾਂਦੀ ਹੈ, ਕਿਸ ਤਰ੍ਹਾਂ ਦੇ ਗਿਰਜਾਂ ਮੂਹਰੇ ਆਉਂਦੀਆਂ ਨੇ। ਤਾਰਾ ਸਿੰਘ ਹੇਰ ਜਿਹਨਾਂ ਕਾਮਰੇਡਾਂ ਨੂੰ ਗਾਲਾਂ ਕੱਢਦਾ ਸੀਗਾ, ਉਹੀ ਕਾਮਰੇਡਾਂ ਨੂੰ ਸ਼ਹੀਦ ਕਹਿਣ ਲੱਗ ਪਏ।
ਕਿਉਂਕਿ ਜਦੋਂ ਤਾਰਾ ਸਿੰਘ ਹੀਰ ਦੀ ਮੌਤ ਉਹਨਾਂ ਨੂੰ ਫਿੱਟ ਪੈਂਦੀ ਸੀਗੀ ਖਾਲਿਸਤਾਨੀ ਨੂੰ ਮਤਲਬ ਖੁੰਝੇ ਲਾਉਣ ਦੀ ਖਾਤਰ, ਤਾਂ ਉਹਨੂੰ ਮਾਰ ਬਹੁਤ ਵੱਡਾ ਸ਼ਹੀਦ ਬਣਾ ਲਿਆ ਗਿਆ। ਮੈਨੂੰ ਲੱਗਦਾ ਕਿ ਮਲਿਕ ਦੇ ਕੇਸ 'ਚ ਵੀ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ। ਅੱਜ ਉਸ ਨੂੰ ਸ਼ਾਂਤੀ ਦਾ ਮੁਜੱਸਮਾ ਬਣਾ ਕੇ ਪੇਸ਼ ਕੀਤਾ ਜਾਊਗਾ, ਉਸ ਨੂੰ ਇੰਝ ਬਣਾ ਕੇ ਪੇਸ਼ ਕੀਤਾ ਜਾਊਗਾ ਕਿ ਖਾਲਿਸਤਾਨੀਆਂ ਨੇ ਉਹਨੂੰ ਕਤਲ ਕੀਤਾ ਜਾਂ ਉਹਨਾਂ ਦਾ ਵਿਕਟਮ ਸੀਗਾ। ਇਸ ਕਿਸਮ ਦੀ ਗੱਲਾਂ ਵੀ ਹੋ ਸਕਦੀਆਂ। ਸੋ ਇਹਨਾਂ ਗੱਲਾਂ ਸੁਚੇਤ ਪਹਿਲਾਂ ਸਾਨੂੰ ਲੜਨਾ ਪਊਗਾ, ਕਿਉਂਕਿ ਅਸੀਂ ਦੇਖ ਚੁੱਕੇ ਇਤਿਹਾਸ ਕਿਹੋ ਜਿਹਾ ਸਾਡੇ ਸਾਹਮਣੇ ਰਿਹਾ। ਉਸ ਇਤਿਹਾਸ ਨੂੰ ਦੁਹਰਾਇਆ ਜਾਊਗਾ, ਇਸ ਸੰਭਾਵਨਾ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ। ਤੁਸੀਂ ਜਿਵੇਂ ਇਸ਼ਾਰੇ ਨਾਲ ਗੱਲ ਕਹੀ, ਆਪਾਂ ਦੇਖ ਲਈਏ ਮਨਜਿੰਦਰ ਸਿੰਘ ਸਿਰਸਾ ਜਿਹੜਾ ਬੀਜੇਪੀ ਦੇ ਵਿੱਚ ਹੈ, ਜਦੋਂ ਮਲਿਕ ਨੇ ਮੋਦੀ ਨੂੰ ਇੰਡੋਰਸ ਕੀਤਾ ਤਾਂ ਉਸਨੇ ਬੜੇ ਮਾਣ ਨਾਲ ਟਵਿੱਟਰ 'ਤੇ ਜਾ ਕੇ ਕਿਹਾ ਕਿ ਇੱਕ ਜਿਹੜੇ ਉੱਥੇ ਦੇ ਮੰਨੇ ਪ੍ਰਮੰਨੇ ਸਫਲ ਬਿਜ਼ਨਸਮੈਨ ਨੇ ਉਹਨਾਂ ਨੇ ਸਪੋਰਟ ਕੀਤੀ ਹੈ। ਉਹਨੇ ਮਨਜਿੰਦਰ ਸਿੰਘ ਸਿਰਸਾ ਨੇ ਜ਼ਰੂਰੀ ਸਮਝਿਆ ਕਿ ਏਅਰ ਇੰਡੀਆ ਕਾਂਡ ਦੇ ਬੈਗੇਜ ਦੀ ਗੱਲ ਕਰੇ। ਰਾਈਟ ਵਿੰਗ ਮੀਡੀਆ ਵੀ ਇਸ ਬਾਰੇ ਚੁੱਪ ਹੋ ਗਿਆ। ਮਤਲਬ ਮਲਿਕ ਨੂੰ ਇੱਕ ਤਰੀਕੇ ਨਾਲ ਉਹਨਾਂ ਨੇ ਵੀ ਬਰੀ ਕਰਤਾ ਜਾਂ ਕਲੀਨ ਚਿੱਟ ਦੇ ਦਿੱਤੀ, ਜਦੋਂ ਕਿ ਅੱਜ ਤੱਕ ਉਹ ਉਹਨੂੰ ਭੰਡਦੇ ਆਏ ਸੀਗੇ। ਹੁਣ ਕਿਉਂਕਿ ਮਲਿਕ ਉਹਨਾਂ ਦੇ ਖੈਮੇ 'ਚ ਚਲਾ ਗਿਆ ਤਾਂ ਉਹਨਾਂ ਦੇ ਹੱਕ 'ਚ ਹੋ ਗਿਆ, ਉਹ ਸੂਟ ਕਰਨ ਲੱਗ ਪਿਆ, ਉਸ ਨੂੰ ਵਰਤਣ ਲੱਗ ਪਏ। ਇਹ ਗੱਲਾਂ ਦੱਸਦੀਆਂ ਕਿ ਕਿਧਰੇ ਨਾ ਕਿਧਰੇ ਮਤਲਬ ਇਹ ਸਿਆਸਤ ਇਹੋ ਜਿਹੀ ਖੇਡੀ ਜਾਊਗੀ ਕਿ ਮਲਿਕ ਨੂੰ ਹੁਣ ਇੱਕ ਤਰੀਕੇ ਨਾਲ ਨਾਇਕ ਬਣਾ ਕੇ, ਕਿਸੇ ਖਾਸ ਧਿਰ ਨੂੰ ਖਲਨਾਇਕ ਬਣਾ ਕੇ ਪੇਸ਼ ਕਰਕੇ ਤੇ ਆਪਣੀ ਸਿਆਸਤ ਖੇਡੀ ਜਾਵੇ। ਇਹਨਾਂ ਗੱਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜੇ ਸੁਣਨ 'ਚ ਆ ਰਿਹਾ ਕਿ ਜਿਵੇਂ ਹੁਣ ਸਰੀ ਡੈਲਟਾ ਗੁਰੂ ਘਰ ਦੀ ਚੋਣ ਹੋਣ ਜਾ ਰਹੀ ਹੈ, ਹਰਦੀਪ ਸਿੰਘ ਨਿੱਜਰ ਉੱਥੋਂ ਪ੍ਰਧਾਨ ਨੇ, 6 ਫਾਰ ਜਸਟਿਸ ਨਾਲ ਜੁੜੇ ਹੋਏ ਨੇ, ਮਲਿਕ ਦੇ ਆਲੋਚਕ ਵੀ ਰਹੇ ਨੇ। ਹੁਣ ਉੱਥੇ ਇਹ ਸੁਣਨ 'ਚ ਆਇਆ ਕਿ ਮਲਿਕ ਦੀ ਮਤਲਬ ਸਮਰਥਨ ਨਾਲ ਇੱਕ ਸਲੇਟ ਲਿਆਉਣ ਦੀ ਯੋਜਨਾ ਸੀ, ਜਿਹੜੀ ਕਿ ਸਲੇਟ ਜਦੋਂ ਜੇ ਆ ਜਾਂਦੀ ਮੈਦਾਨ ਦੇ ਵਿੱਚ ਤਾਂ ਉਸ ਦੇ ਪਿੱਛੇ ਜ਼ਾਹਿਰ ਤੌਰ 'ਤੇ ਮੋਡਰੇਟ ਵੀ ਹੋਣੇ ਸੀਗੇ, ਮੰਦਰ ਵਾਲੇ ਵੀ ਹੋਣੇ ਸੀ, RSS ਵੀ ਹੋਣੀ ਸੀ, ਸਾਰਿਆਂ ਨੇ ਹੋਣਾ ਸੀਗਾ। ਜ਼ਾਹਿਰ ਤੌਰ 'ਤੇ ਉਹਦੇ 'ਚ ਫਾਇਦਾ ਕੌਣ ਲੈ ਰਿਹਾ? ਅੱਜ ਵੀ ਹੋ ਸਕਦਾ ਕਿ ਮਲਿਕ ਦੀ ਮੌਤ ਦਾ ਉਹ ਫਾਇਦਾ ਲੈ ਕੇ ਇਸ ਕਿਸਮ ਦੀ ਸਿਆਸਤ ਖੇਡਣ। ਇਹ ਹੁਣ ਲੋਕਾਂ ਨੂੰ ਸੁਚੇਤ ਹੋਣਾ ਪਊਗਾ, ਕਿਉਂਕਿ ਇਹ ਲੁੰਬੜ ਚਾਲਾਂ ਬੜੇ ਚਿਰ ਤੋਂ ਚੱਲਦੀਆਂ ਆ ਰਹੀਆਂ ਨੇ। ਇਹ ਆਪਣੇ ਆਪ 'ਚ ਕੋਈ ਨਵੀਂ ਗੱਲ ਹੈ ਨਹੀਂ। ਇਸ ਪੂਰੇ ਕਾਰੇ ਦੇ ਪਿੱਛੇ ਫੋਰਨ ਏਜੰਟਾਂ ਦਾ ਕੀ ਰੋਲ ਰਿਹਾ ਹੋ ਸਕਦਾ ਹੈ, ਇਸ ਦੀ ਪੜਤਾਲ ਹੋਣੀ ਲਾਜ਼ਮੀ ਹੈ। ਵੈਸੇ ਮਲਿਕ ਉਹਨਾਂ ਨੇ ਕਦੇ ਵੀ ਓਪਨਲੀ ਖਾਲਿਸਤਾਨ ਨੂੰ ਇੰਡੋਰਸ ਨਹੀਂ ਕੀਤਾ, ਇਹ ਵੀ ਫੈਕਟ ਆ। ਜਦੋਂ ਛੁੱਟ ਕੇ ਆਏ ਏਅਰ ਇੰਡੀਆ ਕਾਂਡ ਤੋਂ ਬਾਅਦ ਉਸ ਮਸਲੇ ਤੋਂ, ਤਾਂ ਵੀ ਉਹਨਾਂ ਦੀ ਇਹੀ ਬੋਲੀ ਸੀ ਕਿ ਮੈਂ ਖਾਲਿਸਤਾਨ ਤੋਂ ਕੀ ਲੈਣਾ, ਬਾਅਦ 'ਚ ਵੀ ਇਹੀ ਰਹੀ ਹੈ। ਸੋ ਇਹ ਬਹੁਤ ਸੌਖਾ ਜਿਹਾ ਕਿ ਖਾਲਿਸਤਾਨੀ ਖੇਮੇ 'ਚ ਉਹਨਾਂ ਨੂੰ ਪਾ ਕੇ ਤੇ ਆਪਣੀ ਸਿਆਸਤ ਖੇਡੀ ਜਾਵੇ। ਸੋ ਇਹ ਸਾਨੂੰ ਗੱਲਾਂ ਨੂੰ ਸਮਝਣਾ ਪਊਗਾ, ਨਾ ਘੁਣਤਰਾਂ ਨੂੰ, ਕਿ ਗੇਮ ਕਿਹੋ ਜਿਹੀ ਚੱਲ ਰਹੀ ਹੈ। ਜਿਵੇਂ ਮਿਸਾਲ ਤੌਰ 'ਤੇ ਜਦੋਂ ਰਿਪੁਦਮਨ ਸਿੰਘ ਮਲਿਕ ਨੂੰ ਇੱਕ ਦੋ ਵਾਰੀ ਮੈਂ ਇੰਟਰਵਿਊ ਕੀਤਾ ਉਹਨਾਂ ਦੀ ਬਰੀ ਹੋਣ ਤੋਂ ਬਾਅਦ, ਔਰ ਦਿਲਚਸਪ ਗੱਲ ਇਹ ਕਿ ਜਦੋਂ ਮੈਂ ਅਜਾਇਬ ਸਿੰਘ ਬਾਗੜੀ ਨੂੰ ਇੰਟਰਵਿਊ ਕਰਨਾ ਚਾਹਿਆ ਤਾਂ ਬਾਗੜੀ ਨੇ ਸਪਸ਼ਟ ਕਿਹਾ ਕਿ ਮੈਂ ਤੇਰੇ ਨਾਲ ਗੱਲ ਨਹੀਂ ਕਰੂੰਗਾ, ਮੈਂ ਜੇ ਕਰਨੀ ਹੋਈ ਮੈਂ ਆਪ ਕਰੂੰਗਾ। ਜੋ ਮੀਡੀਆ ਨੇ ਸਾਡੇ ਬਾਰੇ ਕਿਹਾ, ਲਿਖਿਆ, ਬੋਲਿਆ, ਅਸੀਂ ਕਿਹੜਾ ਭੁੱਲੇ। ਉਹਦੇ ਉਲਟ ਮਲਿਕ ਥੋੜ੍ਹਾ ਜਿਹਾ ਵੱਖਰੀ ਤਬੀਅਤ ਦੇ ਮਾਲਿਕ ਸੀ। ਉਹਨਾਂ ਨੇ ਅਨੇਕਾਂ ਵਾਰ ਇੰਟਰਵਿਊ ਦਿੱਤਾ, ਠਰਮੇ ਨਾਲ ਗੱਲਾਂ ਦੇ ਜਵਾਬ ਵੀ ਦਿੱਤੇ। ਮਿਸਾਲ ਤੌਰ 'ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਬੱਬਰ ਖਾਲਸਾ ਨੂੰ ਪੈਸੇ ਦਿੰਦੇ ਰਹੇ ਹੋ, ਇਹਦੀ ਕੀ ਜਸਟੀਫਿਕੇਸ਼ਨ ਹੈ? ਜੇ ਅਸੀਂ ਮੰਨ ਵੀ ਲੈਂਦੇ ਹਾਂ ਕਿ ਤੁਸੀਂ ਦੋਸ਼ੀ ਨਹੀਂ, ਉਹਨਾਂ ਨੂੰ ਪੈਸੇ ਦਿੰਦੇ ਰਹੇ ਜਿਨ੍ਹਾਂ ਦਾ ਨਾਂ ਜੁੜਦਾ ਇਸ ਕਾਂਡ ਦੇ ਨਾਲ, ਜਾਂ ਜਿਹੜੀ ਪਾਬੰਦੀਸ਼ੁਦਾ ਜਥੇਬੰਦੀ ਹੈ। ਅਤੇ ਜਵਾਬ ਇਹ ਸੀ ਮਲਿਕ ਦਾ ਕਿ ਜਿਸ ਵੇਲੇ ਮੈਂ ਪੈਸੇ ਦਿੰਦਾ ਸੀਗਾ, ਮੈਂ ਤਾਂ ਹਰ ਇੱਕ ਨੂੰ ਦਿੰਦਾ ਸੀ, ਉਸ ਵੇਲੇ ਬੱਬਰ ਖਾਲਸਾ 'ਤੇ ਪਾਬੰਦੀ ਨਹੀਂ ਸੀ ਲੱਗੀ ਹੋਈ। ਸੋ ਬਹੁਤ ਇੱਕ ਮਤਲਬ ਕਹਿੰਦਾ ਕਿ ਸੁਲਝਿਆ ਹੋਇਆ ਜਵਾਬ ਸੀਗਾ। ਹੁਣ ਦੇਖਣਾ ਇਹ ਕਿ ਵੀ ਇਸ ਜਿਹੜੀ ਸਿਆਸਤ ਖੇਡੀ ਜਾਊਗੀ, ਜਿਹੜੀ ਜਿਸ ਕਿਸਮ ਦੀ, ਉਹਦੇ ਪ੍ਰਤੀ ਸਾਡੇ ਲੋਕ ਕਿੰਨੇ ਕੁ ਸੁਚੇਤ ਹੁੰਦੇ। ਇਹ ਗੱਲ ਜਿਸ ਤਰ੍ਹਾਂ ਤੁਸੀਂ ਇਸ਼ਾਰਾ ਕੀਤਾ, ਮੀਡੀਆ ਦੇ ਰਾਹੀਂ ਰਿਪੁਦਮਨ ਸਿੰਘ ਮਲਿਕ ਦੀ ਜਿਹੜੀ ਵੀ ਗੱਲਬਾਤ ਹੁੰਦੀ ਸੀ, ਜਦੋਂ ਉੱਜਲ ਦੋਸਾਂਝ ਇੱਥੋਂ ਦੇ ਪ੍ਰੀਮੀਅਰ ਸੀ, ਜਾਂ ਜਿਸ ਸਮੇਂ ਮਲਿਕ ਨੂੰ ਗ੍ਰਿਫਤਾਰ ਕੀਤਾ ਗਿਆ, ਇੱਕ ਖਾਸ ਕਿਸਮ ਦੀ ਮੋਡਰੇਟ ਧਿਰ ਜਿਹੜੀ ਕਿ ਇਸ ਗੱਲ 'ਤੇ ਬਜ਼ਿਦ ਸੀ ਕਿ ਇਸ ਬੰਦੇ ਨੂੰ ਕਿਸੇ ਵੀ ਕਿਸਮ ਦੇ ਪੱਧਰ 'ਤੇ ਬਰੀ ਨਾ ਕੀਤਾ ਜਾਵੇ। ਉਸ ਵੇਲੇ ਲਗਾਤਾਰ ਜਿਹੜੀਆਂ ਸਿੱਖ ਹਲਕਿਆਂ ਦੇ ਜਾਂ ਜਿੰਨੀਆਂ ਅਕਾਲ ਤਖਤ ਨੂੰ ਸਮਰਪਿਤ ਗੁਰਦੁਆਰਾ ਸੰਸਥਾਵਾਂ, ਉਹ ਮਲਿਕ ਦੀ ਪਿੱਠ 'ਤੇ ਖੜੀਆਂ ਸਨ। ਇਹ ਗੱਲ ਇਤਿਹਾਸਿਕ ਤੌਰ 'ਤੇ ਹੈ ਅਤੇ ਫੈਕਟ ਇਹ ਹੈ। ਅਤੇ ਇੱਕ ਪਾਸੇ ਜਿਹੜਾ ਮੋਡਰੇਟ ਧੜਾ ਸੀ, ਉਹ ਸਾਰੇ ਦੇ ਸਾਰੇ ਇੱਕ ਗੱਲ 'ਤੇ ਕਲੀਅਰ ਸੀ ਕਿ ਜੋ ਮਰਜ਼ੀ ਹੋਵੇ, ਇਹ ਸ਼ਖਸ ਬਰੀ ਨਹੀਂ ਹੋਣਾ ਚਾਹੀਦਾ ਬਜ਼ਾਤੇ ਖੁਦ। ਇਹ ਨਹੀਂ ਕਿ ਇਹ ਏਅਰ ਇੰਡੀਆ ਦੇ ਘਟਨਾਕ੍ਰਮ ਦੇ ਬਾਰੇ ਹੋਰ ਐਨਾਲਿਸਿਸ ਕੀਤਾ ਜਾਵੇ। ਸੋ ਉਸ ਨੂੰ ਦੋਸ਼ੀ ਗਰਦਾਨ ਕੇ ਬਾਕਾਇਦਾ ਇਹ ਬਿਆਨ ਹੋਏ। ਅੱਜ ਵੀ ਤੁਸੀਂ ਕਿਤੇ ਇਤਿਹਾਸਿਕ ਤੌਰ 'ਤੇ ਉਹ ਅਖਬਾਰਾਂ ਨੂੰ ਚੱਕੋ ਜਾਂ ਫਿਰ ਪੋਲੀਟੀਕਲ ਬੰਦਿਆਂ ਦੀ ਗੱਲ ਕਰੋ, ਉੱਜਲ ਦੋਸਾਂਝ ਤੋਂ ਲੈ ਕੇ ਤਾਰੇ ਹੇਰ ਦੇ ਲੜਕੇ ਜੋ ਦੇਵ ਹੇਰ ਹੈ, ਉਸ ਦੀਆਂ ਇੰਟਰਵਿਊਜ਼ ਜਾਂ ਅਨੇਕਾਂ ਹੋਰ ਇੰਟਰਵਿਊਜ਼, ਉਹਨਾਂ ਦੇ ਵਿੱਚ ਸਪਸ਼ਟ ਤੌਰ 'ਤੇ ਇਹੀ ਗੱਲ ਹੈ ਕਿ ਇਹ ਦੋਸ਼ੀ ਹਨ ਅਤੇ ਸਜ਼ਾ ਮਿਲਣੀ ਚਾਹੀਦੀ ਹੈ। ਪਰ ਅਦਾਲਤ ਨੇ ਜਦੋਂ ਬਰੀ ਕੀਤਾ, ਉਸ ਤੋਂ ਬਾਅਦ ਇਹ ਆਲੋਚਨਾ ਬਹੁਤ ਜ਼ਿਆਦਾ ਹੋਈ। ਆਲੋਚਨਾ ਇਸ ਕਦਰ ਦੀ ਹੋਈ ਕਿ ਦੇਖੋ ਜੀ, ਇਹ ਤਾਂ ਕਾਤਲ ਹੀ ਸੀ। ਪਰ ਉਸ ਵੇਲੇ ਸਿੱਖ ਹਲਕਿਆਂ ਦੇ ਵਿੱਚ ਇਸ ਗੱਲ ਦੇ ਬਾਰੇ ਚਰਚਾ ਸੀ ਕਿ ਜਿਹੜੇ ਗੁਰਦੁਆਰਾ ਸਾਹਿਬਾਨ ਬਣੇ, ਉਹਨਾਂ ਦੇ ਵਿੱਚ ਚਾਹੇ ਉਹ ਸਰੀ ਦੇ ਗੁਰਦੁਆਰੇ ਨੇ, ਦਸ਼ਮੇਸ਼ ਦਰਬਾਰ ਤੋਂ ਲੈ ਕੇ ਬਹੁਤ ਸਾਰੇ ਹੋਰ, ਜਾਂ ਇਸ ਤੋਂ ਇਲਾਵਾ ਵੈਨਕੂਵਰ ਦੇ ਵਿੱਚ ਜਾਂ ਸਕੂਲ ਨੇ, ਇਹਨਾਂ ਦੇ ਵਿੱਚ ਮਲਿਕ ਦੀ ਵੱਡੀ ਦੇਣ ਹੈ ਐਜੂਕੇਸ਼ਨ ਦੇ ਅਤੇ ਫਾਈਨੈਂਸ ਦੇ ਤੌਰ 'ਤੇ, ਜੋ ਖਾਲਸਾ ਕ੍ਰੈਡਿਟ ਯੂਨੀਅਨ ਦੀ। ਹੁਣ ਸਵਾਲ ਇਹ ਆਉਂਦਾ ਕਿ ਜਿਸ ਤਰ੍ਹਾਂ ਤਾਰਾ ਹੇਰ ਕਿਸੇ ਸਮੇਂ ਜਦੋਂ ਏਅਰ ਇੰਡੀਆ ਡਿਜ਼ਾਸਟਰ ਹੋਏ, ਉਦੋਂ ਅਖਬਾਰ ਦੇ ਸੰਪਾਦਕ ਸੀ, ਅਤੇ ਉਸ ਵੇਲੇ ਉਹਨਾਂ ਨੇ ਇਹ ਪਹਿਲੀ ਸੰਪਾਦਕੀ ਇਹ ਲਿਖੀ ਕਿ ਇਹ ਕਾਰਾ ਜਿਹੜਾ ਹੈ ਏਜੰਸੀਆਂ ਨੇ ਕੀਤਾ। ਉਹੀ ਤਾਰਾ ਹੇਰ ਲਿਖਦੇ ਨੇ ਕਿ ਐਸ ਪੱਧਰ 'ਤੇ ਇਹਨਾਂ ਵਿਅਕਤੀਆਂ ਦੀ
ਉਸ ਫਲਾਈਟ ਦੇ ਵਿੱਚ ਮੌਜੂਦਗੀ ਨਾ ਰਹੀ। ਇਹਨਾਂ ਵਿਅਕਤੀਆਂ ਨੂੰ ਬਕਾਇਦਾ ਤੌਰ ਤੇ ਜਿਹੜਾ ਹੈ ਇਸ ਤਰ੍ਹਾਂ ਯੂਜ਼ ਕੀਤਾ ਗਿਆ ਤੇ ਸਰਕਾਰ ਦੀ ਜਿਹੜੀ ਸਾਜ਼ਿਸ਼ ਹੈ ਸਿੱਧਾ ਉਹਨਾਂ ਨੇ ਇੰਡੀਆ ਦਾ ਵੀ ਉਸ ਦੇ ਵੇਲੇ ਜ਼ਿਕਰ ਕੀਤਾ। ਪਰ ਉਹੀ ਤਰ੍ਹਾਂ ਹੇਰ ਉਹ ਕਿਹਾ ਗਿਆ ਕਿ 에ਅਰ ਇੰਡੀਆ ਡਿਜ਼ਾਸਟਰ ਦੇ ਅਗਲੇ ਵਿਕਟਮ ਬਣੇ, ਕਿਉਂਕਿ ਉਦੋਂ ਬਾਅਦ ਉਹਨਾਂ ਦੀ ਸੋਚ ਇੱਕ ਤਰ੍ਹਾਂ ਬਦਲ ਆਇਆ ਤੇ ਦੂਸਰੇ ਵਿਰੋਧੀ ਧਿਰ ਨੇ ਆਪਣਾ ਉਹਨਾਂ ਨੂੰ ਹੀਰੋ ਨਾਇਕ ਬਣਾ ਲਿਆ। ਹੁਣ ਜਦੋਂ ਰਿਪੁਦਮਨ ਸਿੰਘ ਮਲਿਕ ਦਾ ਅੱਜ ਜਿਹੜਾ ਬੇਰਹਿਮੀ ਨਾਲ ਕਤਲ ਹੋਇਆ, ਜਿਹੜਾ ਅਤ ਨਿੰਦਣਯੋਗ ਹੈ, ਜਿਸ ਦੀ ਜਿੰਨੀ ਆਲੋਚਨਾ ਕੀਤੀ ਜਾਵੇ ਘੱਟ ਹੈ। ਕੋਈ ਵੀ ਜਿਹੜਾ ਹੈ ਸੂਝਵਾਨ ਸਿੱਖ ਜਾਂ ਕੋਈ ਵੀ ਵਿਅਕਤੀ ਜਿਹੜਾ ਹੈ ਸਧਾਰਨ ਪੱਧਰ ਤੇ ਇਸ ਗੱਲ ਨੂੰ ਕਿਸੇ ਵੀ ਪੱਧਰ ਤੇ ਅਪਣਾ ਨਹੀਂ ਸਕਦਾ। ਕਤਲ ਕਿਸੇ ਵੀ ਵਿਅਕਤੀ ਦਾ ਹੈ ਨਾ ਬਖਸ਼ਣਯੋਗ ਹੈ ਤੇ ਅਸੀਂ ਇਹ ਵੀ ਸਮਝਦੇ ਹਾਂ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ, ਪੁਲਿਸ ਨੂੰ ਆਪਣਾ ਕੰਮ ਕਰਨਾ ਚਾਹੀਦਾ, ਦੋਸ਼ੀ ਭਾਲੇ ਜਾਣ, ਸੱਚਾਈ ਸਾਹਮਣੇ ਆਵੇ, ਸਜ਼ਾ ਹੋਵੇ। ਪਰ ਇੱਕਦਮ ਮੀਡੀਆ ਟ੍ਰਾਇਲ ਕਰਾਰ ਦੇ ਕੇ ਜਿਸ ਤਰੀਕੇ ਨਾਲ ਇਹ ਪਹੁੰਚ ਅਪਣਾਈ ਜਾਂਦੀ ਹੈ ਉਹ ਬੜੀ ਖਤਰਨਾਕ ਹੈ। ਤੇ ਇਹ ਕੁਝ ਇੱਕ ਅੰਗਰੇਜ਼ੀ ਅਖਬਾਰ ਜਿਨ੍ਹਾਂ 'ਚ ਇੱਥੋਂ ਸਰੀ ਤੋਂ ਸ਼ਬਦ ਇੱਕ ਅੰਗਰੇਜ਼ੀ ਦੇ ਅਖਬਾਰ ਨੇ ਫਟਾਫਟ ਜਿਹੜਾ ਸਿੱਧੇ ਤੌਰ ਤੇ ਅੱਜ ਹੀ ਇਸ ਨੂੰ ਬਿਆਨ ਕਰ ਦਿੱਤਾ ਕਿ ਕਤਲ ਦਾ ਕਾਰਨ ਜਿਹੜਾ ਆ ਫਲਾਂ ਹੋ ਸਕਦਾ ਹੈ ਕਿ ਮੋਦੀ ਨੂੰ ਚਿੱਠੀ ਲਿਖੀ ਵਗੈਰਾ। ਅੱਗੇ ਵੀ ਚਿੱਠੀਆਂ ਕਈਆਂ ਨੇ ਲਿਖੀਆਂ, ਮਲਕ ਤੋਂ ਜ਼ਿਆਦਾ ਮੋਦੀ ਦੇ ਵਫਾਦਾਰ ਵੀ ਇੱਥੇ ਬੈਠੇ ਨੇ। ਭਾਰਤ ਸਰਕਾਰ ਦੇ ਸ਼ਰੇਆਮ ਉਹਨਾਂ ਲਈ ਕੰਮ ਕਰਨ ਵਾਲੇ ਜਿਹੜੇ ਏਜੰਟ ਆ ਉਹਨਾਂ ਦੀ ਗਿਣਤੀ ਵੀ ਇੱਥੇ ਬਹੁਤ ਹੈ। ਇਹੋ ਜਿਹੇ ਲੋਕ ਜਿਹੜੇ ਸ਼ਰੇਆਮ ਭਾਈਚਾਰੇ 'ਚ ਵਿਚਰਦੇ ਨੇ, ਜਿਨ੍ਹਾਂ ਪ੍ਰਤੀ ਲੋਕਾਂ ਨੂੰ ਨਾਰਾਜ਼ਗੀ ਵੀ ਹੈ, ਉਹਨਾਂ 'ਤੇ ਕਦੇ ਹਮਲਾ ਨਹੀਂ ਹੋਇਆ। ਕਦੇ ਇਹੋ ਜਿਹੇ ਏਜੰਟ ਜਿਹੜੇ ਹਨ ਉਹ ਕਦੇ ਨਿਸ਼ਾਨੇ 'ਤੇ ਨਹੀਂ ਲਿਆਂਦੇ ਗਏ, ਕਦੇ ਉਹਨਾਂ ਨੂੰ ਕਿਸੇ ਤਰ੍ਹਾਂ ਹਮਲਾ ਕਰਕੇ ਖਤਮ ਨਹੀਂ ਕੀਤਾ ਗਿਆ। ਸੋ ਮਲਕ ਕਿੱਡਾ ਕੁ ਵੱਡਾ ਏਜੰਟ ਸੀ ਜਿਹੜਾ ਕਿ ਉਸ ਨੂੰ ਇਸ ਤਰ੍ਹਾਂ ਖਤਮ ਕਰਕੇ ਬਕਾਇਦਾ ਪਤਾ ਨਹੀਂ ਭਾਈਚਾਰੇ ਨੂੰ ਕੀ ਮਿਲਣਾ ਸੀ। ਆ ਜਿਹੜੇ ਉਸ ਤੋਂ ਇਲਾਵਾ ਇੱਥੇ ਏਜੰਟ ਫਿਰਦੇ ਨੇ, ਹਰ ਤੀਜੇ ਚੌਥੇ ਅਦਾਰੇ ਦੇ ਵਿੱਚ ਕੋਈ ਨਾ ਕੋਈ ਬੈਠਾ ਤੇ ਕਦੇ ਕਿਸੇ ਨੂੰ ਅਟੈਕ ਦਾ ਸਾਹਮਣਾ ਨਹੀਂ ਕਰਨਾ ਪਿਆ। ਇਹ ਤੁਹਾਡਾ ਕਹਿਣਾ ਬਿਲਕੁਲ ਦਰੁਸਤ ਹੈ ਕਿ ਬਹੁਤ ਸਾਰੀਆਂ ਮਿਸਾਲਾਂ ਨੇ ਸਾਡੇ ਕੋਲ, ਜਿੱਥੇ ਕਿ ਕਈ ਸ਼ਰੇਆਮ ਮਤਲਬ ਕੌਂਸਲ ਖਾਨੇ ਦੇ ਨਾਲ ਉੱਠਣੀ ਬੈਠਣੀ ਕਰਦੇ ਰਹੇ ਨੇ, ਤਿਰੰਗਾ ਰੈਲੀਆਂ ਕੱਢਦੇ ਰਹੇ ਨੇ। ਅੱਜ ਤੱਕ ਉਹਨਾਂ 'ਤੇ ਇਹੋ ਜਿਹਾ ਕੋਈ ਹਮਲਾ ਨਹੀਂ ਹੋਇਆ, ਜਦੋਂ ਕਿ ਉਹਨਾਂ 'ਤੇ ਹਮਲਿਆਂ ਦੇ ਕਈ ਕਾਰਨ ਨਜ਼ਰ ਆ ਰਹੇ ਨੇ ਸਾਨੂੰ ਪ੍ਰਤੱਖ ਰੂਪ 'ਚ, ਪਰ ਉਹਨਾਂ 'ਤੇ ਕਦੇ ਨਹੀਂ ਹੋਇਆ। ਪਰ ਮਲਿਕ 'ਤੇ ਹੀ ਕਿਉਂ ਹੋਇਆ? ਇਹ ਤਾਂ ਬੜਾ ਜਾਇਜ਼ ਸਵਾਲ ਆ। ਇਹ ਤਾਂ ਪੁੱਛਣਾ ਹੀ ਬਣਦਾ ਨਾ ਕਿ ਕਿਸ ਬੇਸਿਸ 'ਤੇ ਆਪਾਂ ਇਹ ਕਹਿ ਰਹੇ ਕਿ ਉਹਨੇ ਚਿੱਠੀ ਲਿਖੀ ਤਾਂ ਉਹਨੂੰ ਕਤਲ ਕੀਤਾ ਗਿਆ। ਸਾਡੇ ਕੋਲ ਆਧਾਰ ਕੀ ਇਸ ਗੱਲ ਦਾ? ਲਿਖਿਆ ਹੈ ਕਿ ਸੋਰਸਿਸ ਦੱਸ ਰਹੇ ਨੇ ਵੀ ਕਿਹੜੇ ਸੋਰਸਿਸ, ਕਿ ਪਰਿਵਾਰ ਕਹਿ ਰਿਹਾ, ਕੌਂਸਲ ਖਾਨਾ ਕਹਿ ਰਿਹਾ, ਪੁਲਿਸ ਕਹਿ ਰਹੀ ਹੈ। ਮਾੜਾ ਚਾਨਣ 'ਤੇ ਪਾਓ। ਮੈਂ ਸਿਰਫ ਇੰਨੀ ਗੱਲ ਮੁਕਾਊਂਗਾ ਕਿ ਕਹਿ ਕੇ ਕਿ ਜਿਹੜਾ ਹੁਣ ਇਸ ਤੋਂ ਬਾਅਦ ਸਿਆਸਤ ਖੇਡੀ ਜਾਣੀ ਉਸ 'ਤੇ ਨਿਗਾਹ ਰੱਖੀ ਜਾਵੇ ਜੀ। ਉਸ ਤੋਂ ਤੁਹਾਨੂੰ ਆਪਣੇ ਆਪ ਅੰਦਾਜ਼ਾ ਹੋ ਜਾਊਗਾ ਕਿ ਕਿਹੜੀਆਂ ਧਿਰਾਂ ਨੇ ਜਿਹੜੀਆਂ ਫਾਇਦਾ ਲੈਣਾ ਚਾਹੁੰਦੀਆਂ ਨੇ, ਔਰ ਇਸ ਪੂਰੇ ਕਾਸੇ ਦੇ ਵਿੱਚ ਬਾਹਰੀ ਤਾਕਤਾਂ ਦਾ ਕਿੰਨਾ ਕੁ ਦਖਲ ਹੈ, ਕਿੰਨਾ ਕੁ ਹੱਥ ਹੈ, ਇਹ ਜਾਂਚ ਵੀ ਕਰਨੀ ਬਹੁਤ ਜ਼ਰੂਰੀ ਹੈ। ਕਿਸ ਤਰ੍ਹਾਂ ਬਾਹਰਲੇ ਫੋਰਨ ਏਜੰਟ ਇੱਥੇ ਕਿਹੋ ਜਿਹੀ ਗੇਮ ਖੇਡ ਰਹੇ, ਇਸ ਦਫੇੜ ਖੜਾ ਕਰਕੇ, ਭਾਈਚਾਰੇ 'ਚ ਵੰਡੀਆਂ ਪੈਦਾ ਕਰਕੇ, ਜਾਂ ਇਹ ਹਊਆ ਖੜਾ ਕਰਕੇ ਦੇਖੋ ਖਾਲਿਸਤਾਨੀ ਜਿਹੜੇ ਨੇ ਫਿਰ ਦੁਬਾਰਾ ਸਰਗਰਮ ਹੋ ਚੁੱਕੇ ਨੇ। ਇੱਕ ਜਿਹੜੇ ਇਹੋ ਜਿਹੇ ਵਿਅਕਤੀ ਦਾ ਕਤਲ ਜਿਹੜਾ ਕਿ ਮੋਦੀ ਦੇ ਹੱਕ 'ਚ ਨਜ਼ਰ ਆ ਰਿਹਾ, ਇਹ ਗੱਲ ਕਹਿਣੀ ਬੜੀ ਸੌਖੀ ਜਿਹੀ ਹੋ ਜਾਂਦੀ ਹੈ ਇਹੋ ਜਿਹੀ ਸਿਆਸਤ ਖੇਡਣੀ। ਜਿਹੜੇ ਲੋਕ ਸਿਆਸਤ ਖੇਡਣਗੇ ਉਹਨਾਂ ਗਿਰਜਾਂ ਤੋਂ ਹੁਣ ਤੋਂ ਹੀ ਸਾਵਧਾਨ ਰਹੋ। ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਊਗਾ, ਚਾਹੇ ਸਰੀ ਡਾਟਾ ਦੀ ਚੋਣਾਂ ਸਮੇਂ ਆ ਜਾਵੇ, ਚਾਹੇ ਉਸ ਤੋਂ ਪਹਿਲਾਂ ਆ ਜਾਵੇ, ਚਾਹੇ ਬਾਅਦ 'ਚ ਆਵੇ। ਇਹ ਗੱਲਾਂ ਜਿਹੜੀਆਂ ਨੇ ਇਹ ਤੁਹਾਨੂੰ ਬਹੁਤ ਸਭ ਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ ਕਿ ਤਾਂ ਪਤਾ ਲੱਗੂਗਾ। ਦੇਖੋ ਮਲਿਕ ਦੇ ਵੀ ਕੇਸ ਬੜਾ ਇੰਟਰਸਟਿੰਗ ਹੈ ਕਿ ਮਲਿਕ ਦੇ ਕੋਲ ਕਿਹੜੇ ਕਿਹੜੇ ਦਿੱਲੀ ਦੇ ਆਗੂ ਨਹੀਂ ਆਏ, ਹਰ ਰੰਗ ਦੇ ਆਗੂ ਆਏ ਨੇ। ਸਰਨੇ ਦੀ ਮਹਿਮਾਨ ਨਵਾਜ਼ੀ ਮਲਿਕ ਨੇ ਕੀਤੀ, ਜਿਹੜਾ ਕਾਂਗਰਸ ਦਾ ਬਗਲ ਬੱਚਾ ਰਿਹਾ। ਮਨਜੀਤ ਸਿੰਘ ਜੀਕੇ ਦੀ ਮਹਿਮਾਨ ਨਵਾਜ਼ੀ ਉਹ ਕਰਦੇ ਰਹੇ ਨੇ, ਸਰਸੇ ਦੀ ਮਹਿਮਾਨ ਨਵਾਜ਼ੀ ਕਰਦੇ ਰਹੇ ਨੇ, ਯਾਨੀ ਬੀਜੇਪੀ ਜਾਂ ਅਕਾਲੀ ਪੱਖੀ ਨੇਤਾਵਾਂ ਦੀ ਗੱਲ ਕਰ ਰਹੇ ਹਾਂ। ਇੱਥੋਂ ਤੱਕ ਕਿ ਫੂਲਕਾ ਸਾਹਿਬ ਵੀ ਉਹਨਾਂ ਦੇ ਮਹਿਮਾਨ ਬਣ ਚੁੱਕੇ ਨੇ। ਸੋ ਇਸ ਤੋਂ ਕੀ ਪਤਾ ਲੱਗਦਾ ਕਿ ਦਿੱਲੀ ਦੇ ਉਹ ਸਿੱਖ ਨੇਤਾ ਜਿਹੜੇ ਕਿਸੇ ਨਾ ਕਿਸੇ ਰੂਪ 'ਚ ਕੇਂਦਰ ਦੇ ਕਾਫੀ ਲਾਗੇ ਨੇ, ਉਹ ਜਦੋਂ ਵੀ ਇੱਥੇ ਆਏ ਤੇ ਮਲਿਕ ਦੇ ਮਹਿਮਾਨ ਬਣੇ। ਇਸ ਤੋਂ ਕੀ ਸਿੱਟਾ ਕੱਢਿਆ ਜਾਵੇ ਕਿ ਸੱਚਮੁੱਚ ਕੋਈ ਮਾਲਿਕ ਕੋਈ ਬਹੁਤ ਤਗੜਾ ਖਾਲਿਸਤਾਨੀ ਸੀ ਜਾਂ ਉਸ ਦੀਆਂ ਵਫਾਦਾਰੀ ਕਿਸੇ ਹੋਰ ਪਾਸੇ ਸੀਗੀਆਂ? ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ। ਸੋ ਇਹ ਗੱਲਾਂ ਦੱਸਦੀਆਂ ਨੇ ਕਿ ਕੋਈ ਪੜਤਾਲ ਹੋਣੀ ਚਾਹੀਦੀ ਹੈ, ਬਿਲਕੁਲ ਨਿਰਪੱਖ। ਅਸਲੀਅਤ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਜਿਹੜੇ ਲੋਕਾਂ ਨੇ ਮਲਿਕ ਨੂੰ ਵੀਜ਼ਾ ਦਵਾ ਕੇ ਦਿੱਤਾ ਜਾਂ ਰੌ ਨਾਲ ਮੀਟਿੰਗ ਨੂੰ ਮੁਖੀ ਨਾਲ ਮੀਟਿੰਗ ਨੂੰ ਯਕੀਨੀ ਬਣਾਇਆ ਜਾਂ ਐਡਵਾਈਸ ਕੀਤਾ ਕਿ ਮੋਦੀ ਤੱਕ ਚਿੱਠੀ ਲਿਖੋ, ਉਹ ਕੌਣ ਸੀਗੇ? ਇਹ ਸਾਰੀਆਂ ਗੱਲਾਂ ਸਾਨੂੰ ਵੇਖਣੀਆਂ ਪੈਣਗੀਆਂ। ਸੋ ਇਹ ਜਿਹੜਾ ਪੂਰਾ ਤਾਣਾ ਪੈਟਰਨ ਸਮਝਣਾ ਬਹੁਤ ਜ਼ਰੂਰੀ ਹੈ। ਉਹ ਤਾਂ ਹੀ ਹੋਏਗਾ ਜੇ ਅਸੀਂ ਇਹ ਨਿਸ਼ਠਾ ਰੱਖੀਏ ਕਿ ਜਿਹੜੀਆਂ ਬਾਹਰਲੀ ਤਾਕਤਾਂ ਦਾ ਇੱਥੇ ਦਖਲ ਆ ਜਾਂ ਜਿਸ ਕਿਸਮ ਦੀ ਸਿਆਸਤ ਖੇਡੀ ਜਾ ਰਹੀ ਉਸ ਦੀ ਨਿਸ਼ਾਨਦੇਹੀ ਕਰਵਾਈ ਜਾਵੇ। ਉਹ ਹੋ ਨਹੀਂ ਰਿਹਾ। ਇੱਥੇ ਚੀਨ ਦੀ ਗੱਲ ਤਾਂ ਬਹੁਤ ਹੁੰਦੀ ਕਿ ਚੀਨ ਵਾਲੇ ਦਖਲ ਦੇ ਰਹੇ, ਜਿਹੜਾ ਭਾਰਤੀ ਏਜੰਸੀਆਂ ਦਖਲ ਦੇ ਰਹੀਆਂ ਉਸ ਬਾਰੇ ਕਿੰਨੀ ਕੁ ਚਰਚਾ ਹੋ ਰਹੀ ਹੈ? ਕੀ ਸਾਡਾ ਮੇਨ ਸਟ੍ਰੀਮ ਮੀਡੀਆ ਇਸ ਪਾਸੇ ਜਾਊਗਾ, ਧਿਆਨ ਦੇਊਗਾ? ਏਅਰ ਇੰਡੀਆ ਕਾਂਡ ਤੋਂ ਲੈ ਕੇ ਹੁਣ ਤੱਕ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਇਸ ਦੇ ਪਿੱਛੇ ਏਜੰਸੀਆਂ ਦਾ ਕੀ ਰੋਲ ਸੀਗਾ, ਕੀ
ਅੱਜ ਤੱਕ ਇੱਕ ਪੁਆਇੰਟਡ ਜਿਹਨੂੰ ਕਹਿੰਦੇ ਨਾ ਬਿਲਕੁਲ ਬਿੰਦੂ ਨੂੰ ਧਿਆਨ 'ਚ ਰੱਖ ਕੇ ਉਸ ਦੇ ਉੱਤੇ ਕੋਈ ਜਾਂਚ ਹੋਈ ਹੈ, ਉਸ 'ਤੇ ਕੇਂਦਰਿਤ ਜਾਂਚ ਹੋਈ ਹੈ ਕਿ ਵੀ ਹਾਂ ਰॉ ਦਾ ਕੀ ਹਾਦਸਾ ਹੋ ਸਕਦਾ, ਰॉ ਦੇ ਕਿਹੜੇ ਕਿਹੜੇ ਏਜੰਟ ਇਸ ਵਿੱਚ ਮੁਲਵਸ ਹੋ ਸਕਦੇ ਆ, ਕਿਸ ਲੈਵਲ 'ਤੇ ਕੰਮ ਹੋਇਆ ਹੋਊਗਾ, ਕਿਸ ਤਰ੍ਹਾਂ ਫਾਇਦਾ ਹੋਇਆ ਹਿੰਦੁਸਤਾਨੀ ਸਰਕਾਰ ਨੂੰ। ਸੋ ਜੇ ਹੋਰ ਕਈ ਤੁਰੇ ਫਿਰਦੇ ਨੇ ਇੱਥੇ ਮਤਲਬ ਸ਼ਰੇਆਮ ਕੌਂਸਲ ਖਾਨੇ ਦੇ ਨਾਲ ਗਲਵਕੜੀਆਂ ਪਾਈਆਂ ਹੋਈਆਂ, ਤਿਰੰਗਾ ਰੈਲੀਆਂ ਕੱਢ ਰਹੇ ਨੇ, ਅੱਜ ਤੱਕ ਉਹਨਾਂ 'ਤੇ ਹਮਲਾ ਨਹੀਂ ਹੋਇਆ, ਮਲਿਕ 'ਤੇ ਹੋ ਗਿਆ। ਸੋ ਇਹ ਗੱਲਾਂ ਸੋਚਣੀਆਂ ਪੈਣਗੀਆਂ। ਪਰ ਜੋ ਸਮੇਂ ਤੋਂ ਪਹਿਲਾਂ ਹੀ ਸੁਰਖੀਆਂ ਲਾ ਕੇ ਦਾਅਵੇ ਕਰਨੇ ਕਿ ਸੋਰਸਿਸ ਦੱਸ ਰਹੇ ਨੇ ਕਿ ਮੋਦੀ ਨੂੰ ਚਿੱਠੀ ਲਿਖੀ ਤਾਂ ਕਤਲ ਹੋਇਆ, ਮੈਂ ਸਮਝਦਾ ਇਹ ਆਪਣਾ ਬਹੁਤ ਬਚਕਾਨਾ ਕਿਸਮ ਦਾ ਜਰਨਲਿਜ਼ਮ ਹੈ। ਕਿਉਂਕਿ ਇਹ ਨਾ ਜਰਨਲਿਜ਼ਮ ਹੈ, ਨਾ ਇਹ ਜਾਂਚ ਸਹੀ ਜਾਂਚ ਲਈ ਕੋਈ ਕਿਸੇ ਕਿਸਮ ਦੀ ਇਹ ਜਿਹਨੂੰ ਕਹਿੰਦੇ ਨੇ ਕਿ ਪਹਿਲ ਕਦਮੀ ਹੈ। ਸਹੀ ਜਾਂਚ ਤਾਂ ਹੀ ਹੋਏਗੀ ਗੁਰਵਿੰਦਰ ਸਿੰਘ ਜੀ ਜੇ ਅਸੀਂ ਸਾਰੇ ਪਹਿਲੂਆਂ ਨੂੰ ਆਪਣੇ ਧਿਆਨ 'ਚ ਰੱਖੀਏ, ਹਰ ਸੰਭਾਵਨਾ 'ਤੇ ਗੌਰ ਕਰੀਏ। ਓਪਨ ਇਨਵੈਸਟੀਗੇਸ਼ਨ ਦਾ ਮਤਲਬ ਇਹ ਹੁੰਦਾ ਕਿ ਹਰ ਇੱਕ ਐਂਗਲ ਨੂੰ ਧਿਆਨ 'ਚ ਰੱਖਿਆ ਜਾਵੇ। ਜੇ ਪਹਿਲਾਂ ਹੀ ਤੁਸੀਂ ਧਾਰਨਾ ਬਣਾ ਲਈ ਕਿ ਮੋਦੀ ਨੂੰ ਚਿੱਠੀ ਲਿਖੀ ਤਾਂ ਕਤਲ ਕੀਤਾ ਔਰ ਖਾਲਿਸਤਾਨ ਨੇ ਸਿਰ ਠੀਕਰਾ ਭੁੰਨਣ ਦੀ ਇੱਕ ਸਾਜ਼ਿਸ਼, ਮੈਂ ਸਮਝਦਾ ਇਸ ਤੋਂ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ। ਪਹਿਲਾਂ ਵੀ ਸਿਆਸਤਾਂ ਖੇਡੀਆਂ ਗਈਆਂ ਨੇ ਔਰ ਉਸ ਦੇ ਖਮਿਆਜੇ ਕਮਿਊਨਿਟੀ ਨੂੰ ਭੁਗਤਣੇ ਪਏ ਆ, ਅਗਾਂਹ ਹੋਰ ਨਾ ਭੁਗਤਣੇ ਪੈਣ, ਇਸ ਕਰਕੇ ਥੋੜ੍ਹਾ ਸੰਜਮ ਨਾਲ ਕੰਮ ਲਿਆ ਜਾਵੇ। ਇਹ ਗੱਲ ਸਹੀ ਹੈ ਕਿ ਜਦੋਂ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਕਤਲ ਕੀਤਾ ਜਾਂਦਾ ਹੈ ਤਾਂ ਉਸ ਦੇ ਕਤਲ ਦੀ ਜਿਹੜੀ ਜਾਂਚ ਹੈ ਭਾਵੁਕਤਾ ਦੇ ਆਧਾਰ 'ਤੇ ਜਾਂ ਕਿਸੇ ਖਾਸ ਸੋਚ ਦੇ ਆਧਾਰ 'ਤੇ ਜਾਂ ਏਜੰਡੇ ਦੇ ਇੱਕ ਨੈਰੇਟਿਵ ਦੇ ਆਧਾਰ 'ਤੇ ਕਿਸੇ ਇੱਕ ਧਿਰ ਦੇ ਸਿਰ ਮੜ੍ਹ ਦਿੱਤੀ ਜਾਂਦੀ ਹੈ ਤਾਂ 20-20 ਸਾਲ ਲੰਘ ਜਾਂਦੇ ਨੇ, ਅਸਲ ਦੋਸ਼ੀ ਦਾ ਪਤਾ ਨਹੀਂ ਲੱਗਦਾ। ਪਤਾ ਕਿੱਥੋਂ ਲੱਗਣਾ ਹੈ? ਕਿਉਂਕਿ ਪਹਿਲਾਂ ਹੀ ਸਰਟੀਫਿਕੇਟ ਅਸੀਂ ਬਣ ਚੁੱਕੇ ਹਾਂ। ਸਵਾਲ ਇਹ ਹੁੰਦਾ ਹੈ ਕਿ ਜਦੋਂ ਉਸ ਵਿਅਕਤੀ ਦੀ ਮੌਤ ਜਾਂ ਹੱਤਿਆ ਤੋਂ ਬਾਅਦ ਜਿਹੜੀ ਧਿਰ ਉਸ ਦਾ ਫਾਇਦਾ ਲੈ ਰਹੀ ਹੈ, ਅਸਲ ਦੇ ਵਿੱਚ ਉਸ ਕਤਲ ਜਾਂ ਉਸ ਘਟਨਾ ਦੇ ਵਿੱਚ ਉਹਦਾ ਮਫਾਦ ਪੂਰਾ ਹੋ ਰਿਹਾ ਅਤੇ ਜਿਸ ਦਾ ਫਾਇਦਾ ਹੋ ਰਿਹਾ, ਮਫਾਦ ਪੂਰਾ ਹੋ ਰਿਹਾ, ਉਸ ਤੋਂ ਅੰਦਾਜ਼ਾ ਲੱਗ ਸਕਦਾ ਕਿ ਇਸ ਕਤਲ ਦੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ। ਔਰ ਏਅਰ ਇੰਡੀਆ ਦੇ ਕਤਲੇਆਮ ਬਾਰੇ ਖੁਦ ਮਲੋਏ ਕ੍ਰਿਸ਼ਨਧਰ ਓਪਨ ਸੀਕ੍ਰੇਟ, ਸੌਫਟ ਟਾਰਗੇਟ ਵਗੈਰਾ ਦੀਆਂ ਕਿਤਾਬਾਂ, ਖੁੱਲ੍ਹੇ ਭੇਦ ਵਗੈਰਾ 'ਚ ਜਿਹੜੇ ਇਹ ਲਿਖਦੇ ਨੇ, ਬਾਕਾਇਦਾ ਉਹਨਾਂ ਨੇ ਇਸ ਗੱਲ ਨੂੰ ਬਿਆਨ ਕੀਤਾ ਕਿ ਕਿਸ ਤਰੀਕੇ ਨਾਲ ਇੱਥੇ ਜਿਹੜੀਆਂ ਇੰਡੀਅਨ ਏਜੰਸੀਆਂ ਦੀ ਭੂਮਿਕਾ ਸੀ, ਕਿਵੇਂ ਉਹ ਸਰਦਾਰ ਪਰਿਵਾਰਾਂ ਨੂੰ ਮਿਲੇ, ਕਿਵੇਂ ਸਿੱਖਾਂ 'ਚ ਜਾ ਕੇ ਪੰਜਾਬੀ 'ਚ ਗੱਲਬਾਤ ਕਰਦੇ, ਕਿਵੇਂ ਕੀਰਤਨ ਸਿੱਖਿਆ, ਕਿਵੇਂ ਜਿਨ੍ਹਾਂ ਦੇ ਅੰਦਰ ਸਿੱਖ ਜਜ਼ਬਾ ਭਾਰੂ ਸੀ ਉਹਨਾਂ ਦੇ ਨਾਲ ਮੁਲਾਕਾਤਾਂ ਕਰਕੇ ਸਾਰੀਆਂ ਰਿਪੋਰਟਾਂ ਤਿਆਰ ਕੀਤੀਆਂ। ਅਤੇ ਉਸ ਵੇਲੇ ਜਿਹੜੀਆਂ ਇੰਡੀਅਨ ਏਜੰਸੀਜ਼ ਜਾਂ ਉਹਨਾਂ ਦੇ ਅਦਾਰਿਆਂ ਨੂੰ ਉਹ ਰਿਪੋਰਟ ਦਿੰਦੇ ਸੀ, ਉਸ ਰਿਪੋਰਟ ਤੋਂ ਬਾਅਦ ਜੋ ਪ੍ਰਤੀਕਰਮ ਹੁੰਦਾ ਸੀ ਉਹ ਵੀ ਆਪ MK ਧਰ ਨੇ ਲਿਖਿਆ। ਉਹ ਸੱਚ ਹੈ, ਉਸ ਨੂੰ ਪੜ੍ਹ ਲਓ। ਪਰ ਉਸ ਨੂੰ ਬੇਸ ਬਣਾ ਕੇ ਜਾਂਚ ਕਿਉਂ ਨਹੀਂ ਕੀਤੀ ਗਈ? ਜਾਂ ਵੱਖ-ਵੱਖ ਹੋਰਨਾਂ ਲੇਖਕਾਂ ਨੇ ਜਦੋਂ ਉਸ ਦੇ ਬਾਰੇ, ਉਸ ਨੂੰ ਚੈਪਟਰ ਨੂੰ ਖੋਲ੍ਹਣ ਬਾਰੇ ਗੱਲਬਾਤ ਕਹੀ ਤਾਂ ਕਿਉਂ ਨਹੀਂ ਕੀਤਾ ਗਿਆ? ਕਿਉਂ RCMP ਨੇ ਵੀ ਟੇਪਾਂ ਨਸ਼ਟ ਕੀਤੀਆਂ? ਕਿਉਂ CSIS ਨੇ ਵੀ ਇਸ ਤਰ੍ਹਾਂ ਦਾ ਰੋਲ ਅਦਾ ਕੀਤਾ? ਕਿਉਂ ਇੰਡੀਅਨ ਏਜੰਸੀਆਂ ਦੇ ਬਾਰੇ ਜੇ ਸਵਾਲ ਉੱਠੇ ਤਾਂ ਉਹਨਾਂ ਨੂੰ ਬਕਾਇਦਾ ਨਿਸ਼ਠਾ ਨਾਲ ਸਾਫ਼ ਕਿਉਂ ਨਹੀਂ ਕੀਤਾ ਗਿਆ? ਉਹੀ ਮੁਲਕ ਜਿਸ ਬਾਰੇ ਇੰਡੀਆ ਦਾ ਸਮੁੱਚਾ ਮੀਡੀਆ ਅਤੇ ਉੱਥੋਂ ਦੀ ਸਾਰੀ ਰਾਜਨੀਤੀ ਇਹ ਕਹਿੰਦੀ ਸੀ ਕਿ ਇਹ 329 ਮੁਸਾਫਰਾਂ ਦਾ ਕਾਤਲ ਹੈ, ਉਸੇ ਮੁਲਕ ਨੂੰ ਇਸ ਗੱਲ ਲਈ ਕਿ ਇਹ ਨਹੀਂ, ਦੋਸ਼ੀ ਨਹੀਂ ਹੈ, ਪ੍ਰਵਾਨ ਹੈ ਸਾਨੂੰ, ਉਸ ਤੋਂ ਬਾਅਦ ਅਪਣਾਇਆ ਗਿਆ। ਅਤੇ ਜਿਹੜੇ ਇੰਨੇ ਸਾਲ ਸਿੱਖ ਕੌਮ ਦੇ ਸਿਰੇ ਠੀਕਰਾ ਭੰਨਿਆ, ਫਿਰ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਜੇ ਆਖਿਰਕਾਰ ਤੁਹਾਡੇ ਨਾਲ ਇਸ ਤਰ੍ਹਾਂ ਦੀ ਤਰਕਸੰਗਤ ਦਲੀਲ ਦੇ ਵਿੱਚ ਕਿ ਉਹ ਸਾਨੂੰ ਪ੍ਰਵਾਨ ਹੈ, ਤੁਸੀਂ ਉਸ ਨੂੰ ਐਕਸੈਪਟ ਕਰ ਰਹੇ ਹੋ, ਤਾਂ ਇੰਨਾ ਚਿਰ ਕੌਮ ਨੂੰ ਬਦਨਾਮ ਕਿਉਂ ਕੀਤਾ ਗਿਆ? ਉਹੀ ਤਲਵਿੰਦਰ ਸਿੰਘ ਬੱਬਰ ਜਿਸ ਦੇ ਬਾਰੇ ਤੁਸੀਂ ਇੰਨਾ ਕੁਝ ਕਹਿੰਦੇ ਹੋ, ਉਸ ਦਾ ਭਾਰਤ ਦੇ ਵਿੱਚ ਮੁਕਾਬਲਾ ਬਣਾ ਦੇਣਾ, ਸਬੂਤ ਹੀ ਮਿਟਾ ਦੇਣੇ ਕੈਨੇਡੀਅਨ ਨਾਗਰਿਕ ਦੇ, ਇਹ ਕਿੱਡੀ ਵੱਡੀ ਸਾਜ਼ਿਸ਼ ਸੀ। ਇਸ ਦੀ ਜਾਂਚ ਕਿਉਂ ਨਹੀਂ ਹੋਈ? ਅੱਜ ਵੀ ਇਸ ਗੱਲ ਦੀ ਮੰਗ ਚੱਲਦੀ ਹੈ। ਅੱਜ ਜਦੋਂ ਮਲਕ ਸਾਡੇ ਵਿਚਕਾਰ ਨਹੀਂ ਰਹੇ, ਅੱਜ ਇਸ ਘਟਨਾ ਦੇ ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ, ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜੇ ਤਾਰਾ ਹੇਰ ਏਅਰ ਇੰਡੀਆ ਦਾ 331-32ਵਾਂ ਵਿਕਟਮ ਹੈ, ਤਾਂ ਅਸੀਂ ਇਹ ਵੀ ਕਹਿ ਸਕਦੇ ਕਿ ਮਲਕ 333ਵਾਂ ਵਿਕਟਮ ਹੈ। ਕਿਉਂ ਨਹੀਂ ਉਸ ਲੜੀ ਨੂੰ ਅੱਗੇ ਤੱਕ, ਜਿਸ ਸੰਤਾਪ ਦੇ ਵਿੱਚੋਂ ਉਹਨਾਂ ਨੂੰ ਬਰੀ ਕਰਨ ਤੋਂ ਬਾਅਦ ਅੱਜ ਇੰਡੀਆ ਨੇ ਰਾਹ ਖੋਲ੍ਹੇ, ਤਾਂ ਇੱਕ ਸਾਜ਼ਿਸ਼, ਉਹ ਸਾਜ਼ਿਸ਼ ਜਿਨ੍ਹਾਂ ਦੀ ਬਕਾਇਦਾ ਇੱਕ ਲੇਖਕ ਅਤੇ ਪੱਤਰਕਾਰ ਦੇ ਤੌਰ 'ਤੇ ਗੁਰਪ੍ਰੀਤ ਸਿੰਘ ਨੇ ਜ਼ਿਕਰ ਵੀ ਕੀਤਾ ਕਿ ਉਸ ਵੇਲੇ ਇੱਕ ਚਰਚਾ ਵੀ ਚੱਲਦੀ ਸੀ ਇਸ ਕਿਸਮ ਦੀ ਕਿ ਹੋਵੇ ਨਾ ਹੋਵੇ ਜਿਹੜੇ ਏਅਰ ਇੰਡੀਆ ਦੇ ਹਮਲੇ ਦੇ ਵਿੱਚ ਜੇ ਮਲਕ ਹੋਰਾਂ ਦਾ ਨਾਮ ਆ ਰਿਹਾ, ਤਾਂ ਇਸ ਨਾਮ ਦੇ ਰਾਹੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਨਿਸ਼ਾਨੇ 'ਤੇ, ਉਹ ਸਾਰਿਆਂ ਦੇ ਨਿਸ਼ਾਨੇ 'ਤੇ ਵੀ ਹੋ ਸਕਦੇ ਨੇ। ਪਰ ਫਿਰ ਉਹੀ ਗੱਲ ਹੈ ਕਿ ਇਸ ਗੱਲ ਨੂੰ ਅਸੀਂ ਉਦੋਂ ਤੱਕ ਕੋਈ ਵੀ ਸਵੀਕਾਰ ਨਹੀਂ ਕਰ ਸਕਦੇ ਜਦੋਂ ਤੱਕ ਸੱਚਾਈ ਸਾਹਮਣੇ ਨਹੀਂ ਆਉਂਦੀ। ਅੱਜ ਮੀਡੀਆ ਟ੍ਰਾਇਲ ਜਿਹੜਾ ਜਿਸ ਕਿਸਮ ਦਾ ਚੱਲ ਰਿਹਾ ਹੈ, ਉਹ ਖਾਸ ਧਿਰਾਂ ਨੂੰ ਖੁਸ਼ ਕਰਨ ਲਈ ਹੈ। ਅਗਲੀ ਰਾਜਨੀਤੀ ਉਸ 'ਤੇ ਕੇਂਦਰਿਤ ਹੋਏਗੀ। ਪਰ ਇਸ ਦੌਰਾਨ ਰਿਪੁਦਮਨ ਸਿੰਘ ਮਲਿਕ ਦੀ ਕੈਨੇਡਾ ਦੇ ਵਿੱਚ ਜਿਹੜੀ ਭੂਮਿਕਾ ਰਹੀ ਹੈ, ਖਾਸ ਤੌਰ 'ਤੇ ਕੁਝ ਸੰਸਥਾਵਾਂ ਦੇ ਤੌਰ 'ਤੇ, ਉਹਦੇ ਬਾਰੇ ਵੀ ਗੱਲਬਾਤ ਕਰਨੀ ਬਣਦੀ ਹੈ। ਬਹੁਤ ਸਾਰੇ ਦਰਸ਼ਕ ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ,
ਉਸ ਦੇ ਬਾਰੇ ਥੋੜ੍ਹੀ ਹੋਰ ਵਿਸਤਾਰ 'ਚ ਗੱਲਬਾਤ ਕਰਾਂਗੇ ਕਿ ਜਿਹੜੀਆਂ ਐਜੂਕੇਸ਼ਨਲ ਜਾਂ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ ਜਾਂ ਇੰਸਟੀਟਿਊਸ਼ਨ ਚਲੀਆਂ, ਸਾਰਿਆਂ ਨੂੰ ਲਾਮਬੰਦ ਕਰਕੇ ਜੋ ਉਹਨਾਂ ਨੇ ਕੰਮ ਕੀਤਾ ਉਹ ਕਿਵੇਂ ਰਿਹਾ। ਇੱਕ ਬੜਾ ਵੱਡਾ ਚੈਪਟਰ ਹੈ। ਕਿਸੇ ਵੀ ਵਿਅਕਤੀ ਦਾ ਗੁਣ ਔਗਣ ਤੇ ਮੁਲਾਂਕਣ ਜਦੋਂ ਅਸੀਂ ਕਰਦੇ ਹਾਂ ਤਾਂ ਉਸ ਦੇ ਵਿੱਚ ਇਹ ਗੱਲਾਂ ਸਾਹਮਣੇ ਦਲੀਲ ਨਾਲ ਆਉਂਦੀਆਂ। ਸੋ ਰਿਪੁਦਮਨ ਸਿੰਘ ਮਲਕ ਦਾ ਜਿਹੜਾ ਕੈਨੇਡਾ ਦੇ ਵਿੱਚ ਪਿਛਲੇ 40-50 ਸਾਲ ਦੇ ਸਫ਼ਰ ਦੇ ਦੌਰਾਨ, ਲੰਮੇ ਸਫ਼ਰ ਦੇ ਦੌਰਾਨ ਅੱਧੇ ਜੇ ਕਹੀਏ ਹਾਫ ਸੈਂਚਰੀ ਦੇ ਵਿੱਚ ਰੋਲ ਰਿਹਾ ਤੇ ਇੱਕ ਸਰਗਰਮ ਨਾ ਰਿਹਾ। ਕੋਈ ਕਦੇ ਵੀ ਉਹ ਕਿਸੇ ਤਰ੍ਹਾਂ ਉਹ ਨਾਮ ਅਣਗੌਲਿਆ ਨਹੀਂ ਗਿਆ, ਚਾਹੇ ਉਹ ਵਿਵਾਦ ਦੇ ਕਾਰਨ ਹੋਵੇ, ਚਾਹੇ ਪ੍ਰਸ਼ੰਸਾ ਦੇ ਕਾਰਨ ਹੋਵੇ। ਥੋੜ੍ਹਾ ਜਿਹਾ ਇਸ ਬਾਰੇ ਰੋਸ਼ਨੀ ਪਾਓ। ਦੇਖੋ, ਇਸ ਤਰ੍ਹਾਂ ਕਿ ਸਾਡੇ ਕਮਿਊਨਿਟੀ 'ਚ ਕਈ ਲੋਕ ਨਾ ਬਹੁਤ ਇਮੋਸ਼ਨਲ ਹੋ ਕੇ ਗੱਲ ਨੂੰ ਵੇਖਦੇ ਨੇ। ਉਹ ਕਈ ਵਾਰੀ ਜਿਹੜਾ ਗ੍ਰੇ ਏਰੀਆ ਹੁੰਦਾ ਉਸ ਤਰੀਕੇ ਨਾਲ ਨਹੀਂ ਵੇਖਦੇ ਕਿ ਹਰ ਇੱਕ ਕਹਾਣੀ ਦੇ ਜਿਹੜੀ ਹਰ ਇੱਕ ਕਹਾਣੀ ਗ੍ਰੇ ਏਰੀਆ 'ਚ ਹੁੰਦੀ ਹੈ। ਗ੍ਰੇ ਸ਼ੇਡ ਹੁੰਦੇ ਹਰ ਇੱਕ ਕਹਾਣੀ ਦੇ ਕਿ ਵੀ ਉਹਦੇ 'ਚ ਦੋਨੇ ਚੀਜ਼ਾਂ ਦਾ ਰਲੇਵਾ ਹੋਊਗਾ। ਕੋਈ ਚੰਗੇ ਪੱਖ ਵੀ ਹੋਣਗੇ, ਮਾੜੇ ਵੀ ਹੋਣਗੇ। ਇਨਸਾਨ ਦੀ ਜ਼ਿੰਦਗੀ ਸਾਰੀ ਇਸ ਤਰ੍ਹਾਂ ਹੀ ਹੈ। ਸਾਡੀ ਆਪਣੀ 'ਚ ਗੱਲ ਕਰੀਏ, ਸਾਡੀ ਆਪਣੀ ਜ਼ਿੰਦਗੀ 'ਚ ਵੀ ਬਹੁਤ ਸਾਰੇ ਵਿਰੋਧਾਭਾਸ ਨੇ, ਕੰਟਰਾਡਿਕਸ਼ਨਸ ਨੇ। ਸੋ ਮਲਿਕ ਉਸ ਗੱਲ ਤੋਂ ਅੱਬੇ 'ਚ ਕਿਵੇਂ ਹੋ ਸਕਦਾ। ਸੋ ਮਲਿਕ ਦੀ ਜਿਹੜੀ ਆਪਣੀ ਖੂਬੀਆਂ ਸੀਗੀਆਂ, ਜਿਸ ਦੇ ਕਰਕੇ ਖਾਲਸਾ ਸਕੂਲ ਦਾ ਬੂਟਾ ਲਾਇਆ ਗਿਆ, ਖਾਲਸਾ ਕ੍ਰੈਡਿਟ ਯੂਨੀਅਨ ਖੜੀ ਕੀਤੀ ਗਈ, ਕਈ ਲੋਕਾਂ ਨੂੰ ਰੁਜ਼ਗਾਰ ਮਿਲੇ। ਉਸ ਨਾਲ ਲੋਕ ਭਾਵਨਾਤਮਕ ਤੌਰ 'ਤੇ ਮਲਿਕ ਨਾਲ ਜੁੜ ਗਏ। ਜਦੋਂ ਏਅਰ ਇੰਡੀਆ ਦਾ ਟਰਾਇਲ ਚੱਲਿਆ ਤਾਂ ਕਈ ਲੋਕ ਓਪਨ ਮਾਈਂਡ ਨਾਲ ਗੱਲ ਕਰ ਰਹੇ ਸੀ ਕਿ ਠੀਕ ਹੈ, ਵੇਟ ਕਰੋ। ਪਰ ਬਾਕੀ ਸਾਰੇ ਉਸ ਪਾਲਾਬੰਦੀ ਦੀ ਸਿਆਸਤ 'ਚ ਫਸੇ ਰਹੇ ਨੇ। ਕੁਛ ਨੇ ਪਹਿਲਾਂ ਹੀ ਧਾਰ ਲੈ ਕੇ ਮਲਿਕ ਦੋਸ਼ੀ ਆ, ਕੁਛ ਨੇ ਕਹਿਣਾ ਸ਼ੁਰੂ ਕਰਤਾ ਨਹੀਂ ਮਲਿਕ ਦੋਸ਼ੀ ਹੋ ਹੀ ਨਹੀਂ ਸਕਦਾ, ਮਲਿਕ ਸਾਡਾ ਪਾਠ ਹੀ ਬੜਾ ਕਰਦੇ। ਜਦੋਂ ਮਲਿਕ ਬਰੀ ਹੋਏ ਤਾਂ ਕਹਿਣ ਲੱਗ ਪਏ ਸਿੱਖਾਂ ਧੱਬਾ ਤੋਤਾ ਗਿਆ। ਉਹ ਵੀ ਗੱਲ ਬੜੀ ਅਜੀਬ ਸੀਗੀ। ਅੱਜ ਜਿਹੜੇ ਕਹਿੰਦੇ ਸੀ ਸਿੱਖਾਂ ਧੱਬਾ ਤੋਤਾ ਗਿਆ, ਅੱਡੀਆਂ ਚੁੱਕ ਚੁੱਕੇ, ਅੱਜ ਉਹੀ ਮਲਿਕ ਦੇ ਉਲਟ ਬੋਲੀ ਜਾਂਦੇ ਕਿ ਮਲਿਕ 329 ਲੋਕਾਂ ਦਾ ਕਾਤਲ ਆ। ਜਦੋਂ ਕਿ ਇਹੀ ਉਦੋਂ ਵੱਡੀਆਂ ਵੱਡੀਆਂ ਸੁਰਖੀਆਂ ਲਾ ਕੇ ਪੰਥਕ ਅਖਬਾਰਾਂ ਕੱਢ ਦਿੰਦੇ ਸੀ, ਕਹਿੰਦੇ ਸੀ ਕਿ ਮਲਿਕ ਸਿੱਖਾਂ ਧੱਬਾ ਤੋਤਾ ਗਿਆ। ਉਦੋਂ ਸਾਡੇ ਵਰਗੇ ਬੰਦੇ ਕਹਿੰਦੇ ਸੀ ਕਿ ਇਹ ਤੁਸੀਂ ਗੱਲ ਨਾ ਕਹੋ। ਉਹਦਾ ਲੌਜਿਕ ਸਿਰਫ ਇਹ ਹੈ ਕਿ ਮਲਿਕ ਸਾਰੀ ਕਮਿਊਨਿਟੀ ਦੀ ਰਿਪਰੈਜ਼ੈਂਟੇਸ਼ਨ ਨਹੀਂ ਕਰਦਾ, ਨਾ ਸਾਰੀ ਕਮਿਊਨਿਟੀ ਮਲਿਕ ਦੀ ਜੇਲ੍ਹ 'ਚ ਪਾਈ ਹੋਈ ਹੈ। ਜੇ ਮਲਿਕ ਦੋਸ਼ੀ ਪਾਇਆ ਗਿਆ ਤਾਂ ਉਹ ਕਸੂਰਵਾਰ ਹੈ। ਜੇ ਉਹ ਬਰੀ ਹੋਇਆ ਤਾਂ ਆਪਣੇ ਲਈ ਬਰੀ ਹੋਇਆ। ਕੌਮ ਕਿੱਥੋਂ ਆ ਗਈ ਵਿੱਚ? ਤੁਸੀਂ ਕਮਿਊਨਿਟੀ ਨੂੰ ਕਿਉਂ ਨਾਲ ਇੱਕ ਸ਼ਖਸ ਦੇ ਬਣ ਰਹੇ ਹੋ? ਇਹ ਤਾਂ ਸਿਆਸਤ ਦੀ ਬੜੀ ਅਜੀਬ ਜੀ ਹੈ। ਪਰ ਉਦੋਂ ਇਹ ਗੱਲ ਸੁਣਦੇ ਨਹੀਂ ਸੀ ਹੁੰਦੇ। ਜਿਹਨਾਂ ਦੇ ਖੋਪੇ ਚੜੇ ਸੀ ਉਹ ਤਾਂ ਸਾਨੂੰ ਗੱਲ ਪੈਂਦੇ ਸੀ ਕਿ ਤੁਸੀਂ ਇਹ ਕਹੋ ਕਿ ਮਲਿਕ ਸਾਹਿਬ ਬਰੀ ਹੋਏ ਨੇ, ਸਿੱਖਾਂ ਧੱਬਾ ਤੋਤਾ ਗਿਆ। ਅਜੀਬ ਜੀ ਗੱਲ। ਹੁਣ ਉਹੀ ਬੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਛਪਾਈ ਦਾ ਮਸਲਾ ਖੜਾ ਹੋਇਆ, ਜੋ ਚਿੱਠੀ ਲਿਖੀ ਮਲਿਕ ਨੇ ਮੋਦੀ ਨੂੰ, ਚਾਹੇ ਆਪਣੀ ਸਿਆਸਤ ਜਿੱਦਾਂ ਦੀ ਮਰਜ਼ੀ ਬਦਲ ਲਈ, ਉਹੀ ਉਸ ਨੂੰ ਪੀ ਪਾਣੀ ਕੋਸਣ ਲੱਗ ਪਏ। ਸੋ ਇਹ ਤਾਂ ਗੱਲ ਨਾ ਹੋਈ ਕੋਈ। ਤੁਸੀਂ ਥੋੜ੍ਹਾ ਜਿਹਾ ਠਰਮਾ ਰੱਖੋ। ਜਦੋਂ ਕਿਸੇ ਵਿਅਕਤੀ ਦਾ ਮੂਲਾਂਕਣ ਕਰਨਾ ਹੈ, ਸਾਰੀਆਂ ਗੱਲਾਂ ਨਾਲੋਂ ਨਾਲ ਚੱਲਦੀਆਂ। ਜਿਹੜੀਆਂ ਸਫਲਤਾਵਾਂ ਨੇ ਉਹ ਵੀ ਗੱਲ ਹੋਣੀ ਚਾਹੀਦੀ, ਜਿੱਥੇ ਘਾਟਾਂ ਨੇ ਉਹ ਵੀ ਗੱਲ ਹੋਵੇ, ਪਰ ਹੋਵੇ ਇਮਾਨਦਾਰੀ ਨਾਲ। ਜਦੋਂ ਅਸੀਂ ਭਗਤ ਬਣ ਜਾਂਦੇ ਹਾਂ ਵਨ ਵੇ ਔਰ ਦੀ ਅਦਰ, ਜੇ ਅਸੀਂ ਇੰਡੀਅਨ ਸਰਕਾਰ ਦੇ ਭਗਤ ਬਣ ਗਏ ਤਾਂ ਮਲਿਕ 100% ਖਲਨਾਇਕ ਹੈ, ਉਹ ਦੋਸ਼ੀ ਹੈ, ਸਾਰਾ ਕੁਝ ਕੀਤਾ ਹੀ ਉਹਨੇ ਹੈ। ਜੇ ਅਸੀਂ ਮਲਿਕ ਦੇ ਭਗਤ ਬਣ ਗਏ ਤਾਂ ਅਸੀਂ ਮੰਨਣ ਨੂੰ ਤਿਆਰ ਨਹੀਂ ਕਿ ਮਲਿਕ ਦੀ ਕੋਈ ਸ਼ੱਕੀ ਭੂਮਿਕਾ ਵੀ ਹੋ ਸਕਦੀ ਹੈ। ਅਸੀਂ ਉਸ ਪਹਿਲੂ ਉੱਤੇ ਗੱਲ ਵੀ ਨਹੀਂ ਕਰਨੀ ਚਾਹ ਰਹੇ। ਅੱਜ ਵੇਖ ਲਓ ਹਾਲਾਤ ਇਹ ਬਣ ਗਏ ਕਿ ਜਿਹੜੇ ਕੱਲ੍ਹ ਤੱਕ ਕਹਿੰਦੇ ਸੀ ਸਿੱਖਾਂ ਧੱਬਾ ਤੋਤਾ ਗਿਆ, ਉਹ ਮਲਿਕ ਦੇ ਉਲਟ ਬੋਲ ਰਹੇ ਆ। ਜਿਹੜੇ ਕਹਿੰਦੇ ਸੀ ਮਲਿਕ ਬਹੁਤ ਵੱਡਾ ਦਹਿਸ਼ਤਗਰਦ ਕਰਦਾ, ਉਹ ਵੀਜ਼ੇ ਵੀ ਦਵਾ ਰਹੇ ਨੇ, ਰੌ ਦੇ ਮੁਖੀ ਨਾਲ ਵੀ ਮੁਲਾਕਾਤਾਂ ਕਰਾ ਰਹੇ ਆ ਅਤੇ ਪ੍ਰੇਰ ਰਹੇ ਨੇ ਕਿ ਮੋਦੀ ਤੱਕ ਚਿੱਠੀ ਲਿਖੋ। ਅਤੇ ਅੱਜ ਉਹਨਾਂ ਨੇ ਏਅਰ ਇੰਡੀਆ ਦਾ ਬੈਗੇਜ ਜਿਹੜਾ ਉਹਨੂੰ ਭੁਲਾ ਹੀ ਦਿੱਤਾ। ਇਹ ਤਾਂ ਗੱਲ ਨਾ ਕੋਈ ਬਣੀ। ਫੈਕਟਸ ਇਹ ਨੇ ਕਿ ਮਲਿਕ ਨੂੰ ਫੜਿਆ ਗਿਆ, ਅਰੈਸਟ ਕੀਤਾ ਗਿਆ, ਚਾਰਜਿਸ ਲਾਏ ਗਏ। ਚਾਰਜਿਸ ਕੋਰਟ 'ਚ ਸਿੱਧ ਨਹੀਂ ਹੋਏ, ਜਿਸ ਕਰਕੇ ਛੱਡ ਦਿੱਤਾ ਗਿਆ। ਬਾਅਦ ਜੱਜ ਨੇ ਕਲੈਰੀਫਾਈ ਕੀਤਾ ਕਿ ਉਹ ਕੋਈ ਪ੍ਰੋਨਾਊਂਸਮੈਂਟ ਆਫ ਇਨੋਸੈਂਸ ਨਹੀਂ ਸੀ। ਅਸੀਂ ਕੋਈ ਤੁਹਾਨੂੰ ਬੇਗੁਨਾਹ ਹੁੰਦਾ ਸਰਟੀਫਿਕੇਟ ਨਹੀਂ ਦਿੱਤਾ, ਸਬੂਤਾਂ ਦੀ ਘਾਟ ਕਾਰਨ ਛੱਡਿਆ। ਬੜੀ ਪੱਧਰੀ ਦੀ ਗੱਲ। ਹੁਣ ਇਹ ਜਿਹੜੀ ਫੈਕਟਸ ਨੇ, ਪਹਿਲਾਂ ਫੈਕਟਸ ਸਾਨੂੰ ਕਲੀਅਰ ਹੋਣਾ ਚਾਹੀਦਾ। ਭਾਵਨਾਵਾਂ ਬਾਅਦ 'ਚ ਆਉਂਦੀਆਂ, ਪਹਿਲਾਂ ਤੁਹਾਡੇ ਫੈਕਟਸ ਕਲੀਅਰ ਹੋਣ। ਹੁਣ ਮਲਿਕ ਦੇ ਕੇਸ 'ਚ ਜਿਹੜੀਆਂ ਪ੍ਰਾਪਤੀਆਂ ਨੇ ਇਹੀ ਨੇ ਕਿ ਖਾਲਸਾ ਕ੍ਰੈਡਿਟ ਯੂਨੀਅਨ ਸਕੂਲ ਖੋਲ੍ਹਣ ਕਰਕੇ ਇੰਨੇ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ ਕਿ ਕਈ ਇਮੋਸ਼ਨ ਹੋ ਕੇ ਇੰਨੇ ਜੁੜ ਗਏ। ਪਰ ਠੀਕ ਹੈ, ਤੁਸੀਂ ਇੱਕ ਲੈਵਲ 'ਤੇ ਜ਼ਰੂਰ ਉਸਦੀ ਇੱਜ਼ਤ ਕਰਦੇ ਹੋ ਕਿ ਉਹਨੇ ਕੋਈ ਪ੍ਰਾਪਤੀ ਕੀਤੀ ਸਫਲ ਬਿਜ਼ਨਸਮੈਨ ਤੌਰ 'ਤੇ। ਪਰ ਜੇ ਤੁਸੀਂ ਇਹ ਕਹੋ ਜੀ ਹੁਣ ਖੋਪੇ ਚਾੜ ਲਏ ਨੇ, ਹੁਣ ਮੈਂ ਕੋਈ ਆਲੋਚਨਾ ਸੁਣਨ ਨੂੰ ਤਿਆਰ ਨਹੀਂ ਗਾ, ਫਿਰ ਇਹ ਤੁਹਾਡੀ ਘਾਟ ਆ ਜਿਹੜੀ ਕਿ ਦੂਰ ਹੋਣੀ ਚਾਹੀਦੀ। ਜਿਹੜੀ ਨਿਰਪੱਖ ਤੇ ਬੈਲੈਂਸ ਸੰਤੁਲਿਤ ਪਹੁੰਚ ਹੈ, ਉਸ ਦੀ ਗੱਲ ਬੜੀ ਜ਼ਰੂਰੀ ਹੈ। ਰਿਪੁਦਮਨ ਸਿੰਘ ਮਲਿਕ ਬਾਰੇ ਇਹ ਗੱਲ ਸਹੀ ਹੈ ਕਿ ਲਗਾਤਾਰ ਵਿਵਾਦ ਕੋਈ ਵੀ ਹੋਵੇ ਉਸ ਦੇ ਵਿੱਚ ਸੁਰਖੀਆਂ ਦੇ ਵਿੱਚ ਇਹ ਨਾਮ ਰਿਹਾ। ਮਲਿਕ ਨਾਮ ਕਈ ਮਲਿਕ ਨੂੰ ਮਾਲਿਕ ਦੇ ਤੌਰ 'ਤੇ ਵੀ ਕਹੀ ਜਾਂਦੇ ਸੀ। ਕਈਆਂ ਨੇ ਜਦੋਂ ਜਿਹਨਾਂ ਨੇ ਕੰਮ ਭਾਲਣਾ ਇੱਥੇ ਆ ਕੇ ਕਈ ਗੱਲਾਂ, ਜਦੋਂ ਪਹਿਲੀ ਵਾਰ ਇਹ ਨਾਮ ਸੁਣਿਆ ਤਾਂ ਕਈ ਚਰਚਾਵਾਂ ਹੋਈਆਂ। ਨਗਰ ਕੀਰਤਨ ਜਾਂ ਕਿਸੇ ਸਮਾਗਮ ਦੇ ਵਿੱਚ, ਈਵਨ ਗੁਰਦੁਆਰੇ ਜਿਹੜੇ ਬਣੇ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਵੀ, ਉਸ ਤੋਂ ਪਹਿਲਾਂ ਵੀ ਪੁਰਾਣੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਸੇਵਾਦਾਨ ਦੇ ਵਿੱਚ ਵੀ ਇਹ ਨਾਮ ਆਉਂਦਾ ਹੈ। ਇਸ ਕਰਕੇ ਬਹੁਤ ਸਾਰੇ ਥਾਵਾਂ 'ਤੇ ਇਹ ਨਾਮ ਦਾ ਇਸਤੇਮਾਲ ਤੁਸੀਂ ਸੁਣਦੇ ਹੋ। ਉਸ ਦੇ ਵਿੱਚ ਕੰਟਰੀਬਿਊਸ਼ਨ ਵੀ ਹੈ। ਜਿਹੜੇ ਜਥੇ, ਕੀਰਤਨੀ ਜਥੇ ਜਾਂ ਹੋਰ ਪ੍ਰਚਾਰਕ ਆ ਇੱਥੇ ਬੈਠੇ, ਉਹਨਾਂ 'ਚੋਂ ਬਹੁਤ ਸਾਰੇ, ਉਹਨਾਂ ਨੂੰ ਸੈਟਲ ਕਰਨ ਦੇ ਵਿੱਚ ਵੀ ਮਲਿਕ ਦੀ ਭੂਮਿਕਾ ਹੈ।
ਜਾਂ ਇੱਥੋਂ ਤੱਕ ਕਿ ਜਿਹੜੇ ਪਰਿਵਾਰ ਜਿਨ੍ਹਾਂ ਨੂੰ ਅਸੀਂ ਸਿੱਖ ਸੰਘਰਸ਼ ਨਾਲ ਜੁੜੇ ਪਰਿਵਾਰ ਕਹਿੰਦੇ, ਉਹਨਾਂ 'ਚੋਂ ਵੀ ਕਈਆਂ ਨੂੰ ਰੁਜ਼ਗਾਰ ਜਿਹੜੇ ਆ ਖਾਲਸਾ ਸਕੂਲਾਂ ਦੇ ਵਿੱਚ ਉਹਨਾਂ ਨੇ ਦਿੱਤੇ। ਇਹ ਗੱਲ ਸੱਚ ਹੈ। ਦੂਸਰੇ ਪਾਸੇ ਇਹ ਵੀ ਸੱਚ ਹੈ ਕਿ ਲਗਾਤਾਰ ਇੱਕ ਵਪਾਰੀ ਦ੍ਰਿਸ਼ਟੀਕੋਣ ਤੋਂ ਇਸ ਗੱਲ ਦੀ ਆਲੋਚਨਾ ਹੋਈ ਕਿ ਸਕੂਲ ਦੇ ਵਿੱਚ ਕੰਮ ਕਰਨ ਵਾਲਿਆਂ ਨੇ ਕੇਸ ਵੀ ਕੀਤੇ, ਉਹਨਾਂ ਨੇ ਆਪਣੇ ਹੱਕਾਂ ਦੇ ਲਈ ਲੜਾਈ ਵੀ ਕੀਤੀ। ਅੱਜ ਇਹੋ ਜਿਹੇ ਨਾਮ ਵੀ ਸਾਡੇ ਸਾਹਮਣੇ ਨੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਵੱਖਰੇ ਹੋ ਕੇ ਹੋਰ ਸੰਸਥਾਵਾਂ ਬਣਾਈਆਂ। ਹੁਣ ਇਕੱਲਾ ਖਾਲਸਾ ਸਕੂਲ ਨਹੀਂ ਰਿਹਾ, ਵੱਖ-ਵੱਖ ਹੋਰ ਜਿਨ੍ਹਾਂ ਦੇ ਵਿੱਚੋਂ ਸਿੱਖ ਅਕੈਡਮੀ ਵੀ ਬਣ ਗਏ ਜਾਂ ਫਿਰ ਹੋਰ ਸੰਸਥਾਵਾਂ ਆ ਗਈਆਂ। ਅੱਜ ਪੰਜਾਬੀ ਜਾਂ ਧਾਰਮਿਕ ਸਿੱਖ ਸਕੂਲਾਂ ਦੇ ਵਿੱਚੋਂ ਗੁਰੂ ਅੰਗਦ ਦੇ ਨਾਂ 'ਤੇ ਅਕੈਡਮੀ ਜਿਹੜੀ ਹੈ ਉਹ ਵੀ ਹੈ, ਜਾਂ ਇਹੋ ਜਿਹੀ ਨਿਗਾਹ ਮਾਰ ਲਓ ਤਾਂ ਕਈ ਹੋਰ ਸੰਸਥਾਵਾਂ ਖੜੀਆਂ ਹੋ ਰਹੀਆਂ ਨੇ, ਆਉਂਦੇ ਦਿਨਾਂ 'ਚ ਵੀ ਆ ਰਹੀਆਂ। ਸੋ ਇਹ ਗੱਲ ਨੂੰ ਅਸੀਂ ਦੇਖ ਸਕਦੇ ਹਾਂ ਕਿ ਇਹ ਆਪੋ ਆਪਣੀ ਜਿਹੜੀ ਹੈ ਰੈਜ਼ਿਸਟੈਂਸ ਵੀ ਮਿਲਿਆ, ਚੈਲੰਜ ਵੀ ਮਿਲਿਆ। ਉਹਦਾ ਕਾਰਨ ਇਹ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸਹਿਮਤੀ ਹੋ ਗਈ। ਪਰ ਮੁੱਦਾ ਇਹ ਹੈ ਕਿ ਅੱਜ ਜਿਸ ਵਿਅਕਤੀ ਦਾ ਇਉਂ ਕਤਲ ਹੋਇਆ ਉਹ ਕਿਸੇ ਵੀ ਤਰ੍ਹਾਂ ਜਿਹੜਾ ਹੈ ਜਾਇਜ਼ ਨਹੀਂ ਸੀ। ਉਹ ਇੱਕ ਬੜਾ ਦੁਖਾਂਤਕ ਹੈ ਅਤੇ ਬਹੁਤ ਨਿੰਦਣਯੋਗ ਹੈ। ਉਸ ਦੀ ਸਹੀ ਜਾਂਚ ਹੋਵੇ, ਕਿਤੇ ਜਾਂਚ ਦਾ ਹਾਲ ਉਹੀ ਨਾ ਹੋਵੇ ਕਿ ਸਾਡਾ ਰੌਲਾ ਉਸ ਤੋਂ ਜ਼ਿਆਦਾ ਭਾਰੂ ਹੋ ਜੇ ਅਤੇ ਅਸੀਂ ਜਿਹੜੀ ਜਾਂਚ ਹੈ ਨਿਰਪੱਖ ਨਾ ਹੋਣ ਦਈਏ। ਸੋ ਨਿਰਪੱਖ ਜਾਂਚ ਹੋਵੇ, ਇਸ ਦੇ ਲਈ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਅਖੀਰ ਦੇਖੋ, ਜਾਂਚ ਤਾਂ ਪੁਲਿਸ ਨੇ ਕਰਨੀ ਹੈ ਜੀ, ਔਰ ਉਮੀਦ ਇਸੀ ਗੱਲ ਦੀ ਅਸੀਂ ਕਰਦੇ ਹਾਂ ਕਿ ਪ੍ਰੋਫੈਸ਼ਨਲ ਢੰਗ ਨਾਲ ਸਾਰੇ ਐਂਗਲ ਜਿਹੜੇ ਆ ਉਹ ਰੱਖੇ ਜਾਣੇ ਚਾਹੀਦੇ ਧਿਆਨ 'ਚ। ਹਰ ਤਰ੍ਹਾਂ ਦੀ ਸੰਭਾਵਨਾ 'ਤੇ ਗੌਰ ਕੀਤਾ ਜਾਵੇ ਕਿ ਇਹ 'ਚ ਆਹ ਧਿਰ ਵੀ ਕਸੂਰਵਾਰ ਹੋ ਸਕਦੀ ਹੈ, ਆਹ ਵੀ ਹੋ ਸਕਦੀ, ਉਹ ਵੀ ਹੋ ਸਕਦੀ। ਕਿਸੇ ਸੰਭਾਵਨਾ ਨੂੰ ਜਿਹੜਾ ਹੈ ਰੱਦ ਨਾ ਕੀਤਾ ਜਾਵੇ, ਸਭ ਨੂੰ ਖੁੱਲ੍ਹਾ ਰੱਖਿਆ ਜਾਵੇ। ਔਰ ਇਹੀ ਫਰਜ਼ ਮੀਡੀਆ ਦਾ ਵੀ ਬਣਦਾ। ਜਿਹੜਾ ਮੀਡੀਆ ਅੱਜ ਉਸ ਪਾਲਾਬੰਦੀ ਸਿਆਸਤ 'ਚ ਪੈ ਕੇ ਮਤਲਬ ਇੱਕ ਪਾਸੜ ਹੋ ਕੇ ਚੱਲਿਆ ਹੋਇਆ, ਮੈਂ ਸਮਝਦਾ ਉਹ ਬਹੁਤ ਵੱਡੀ ਬੱਜਰ ਗਲਤੀ। ਜਿਹੜੇ ਪਹਿਲਾਂ ਹੀ ਇਹ ਧਾਰਨਾ ਬਣਾ ਕੇ ਬੈਠੇ ਨੇ ਕਿ ਮਲਿਕ ਨੂੰ ਤਾਂ ਇਹਨਾਂ ਲੋਕਾਂ ਨੇ ਮਾਰਿਆ ਹੋਣਾ, ਜਾਂ ਇਸ ਕਾਰਨ ਕਰਕੇ ਮਲਿਕ ਨੂੰ ਮਾਰਿਆ ਗਿਆ, ਹੋਰ ਸੰਭਾਵਨਾਵਾਂ ਦੇ ਉੱਤੇ ਪਹਿਲਾਂ ਹੀ ਪੋਚਾ ਫੇਰ ਦਿੱਤਾ। ਮੈਂ ਸਮਝਦਾ ਆਪਣੇ ਮੀਡੀਆ ਦੇ ਫਰਜ਼ ਤੋਂ ਵੀ ਕੁਤਾਹੀ ਕਰ ਰਹੇ। ਸਾਨੂੰ ਠਰਮੇ ਨਾਲ ਕੰਮ ਲੈਣਾ ਚਾਹੀਦਾ। ਕੀ ਏਜੰਡਾ ਇਸ ਦੇ ਪਿੱਛੇ, ਕਿਹੜੀ ਵੱਡੀ ਤਾਕਤ ਨੇ ਕੰਮ ਕੀਤਾ, ਕਿਉਂ ਨਹੀਂ ਸਫਾਈ ਨਾਲ ਕੰਮ ਕਰਵਾਇਆ ਗਿਆ, ਕੀ ਕੋਈ ਲੰਬੇ ਨਿਸ਼ਾਨੇ ਦੀ ਕੋਈ ਪ੍ਰਾਪਤੀ ਲਈ ਸਾਰਾ ਕੁਝ ਹੋਇਆ। ਇਹ ਸਾਰਾ ਕੁਝ ਦੇਖਣ ਲਈ ਸਾਨੂੰ ਥੋੜ੍ਹੀ ਜਿਹੀ ਉਡੀਕ ਕਰਨੀ ਚਾਹੀਦੀ ਹੈ। ਇੰਨਾ ਕੁ ਮੈਂ ਕਹੂੰਗਾ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ। ਅਖੀਰ 'ਚ ਇੱਕੋ ਹੀ ਗੱਲ ਜਿਹੜੀ ਸਮੂਹ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਹੋਏ ਕਿ ਜੋ ਅੱਜ ਰਿਪੁਦਮਨ ਸਿੰਘ ਮਲਿਕ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਜਾਨਲੇਵਾ ਹਮਲੇ 'ਚ ਮਾਰ ਦਿੱਤਾ ਗਿਆ, ਉਹ ਇੱਕ ਬੜੀ ਦਰਦਨਾਕ ਘਟਨਾ ਹੈ। ਇਸ ਦੇ ਬਾਰੇ ਪ੍ਰਸ਼ਾਸਨ, ਪੁਲਿਸ ਜਾਂ ਵੱਖ-ਵੱਖ ਜਿਹੜੀਆਂ ਸਰਕਾਰੀ ਸੰਸਥਾਵਾਂ, ਉਹਨਾਂ ਦੇ ਬਿਆਨ ਤੇ ਉਹਨਾਂ ਦੇ ਵਿਸਤਾਰ ਆਉਣੇ ਬਾਕੀ ਨੇ। ਪਰ ਰਿਪੁਦਮਨ ਸਿੰਘ ਮਲਿਕ ਜਿਨ੍ਹਾਂ ਨੇ ਸਤਨਾਮ ਐਜੂਕੇਸ਼ਨ ਟਰੱਸਟ ਤੋਂ ਇਹ ਸਫ਼ਰ ਸ਼ੁਰੂ ਕਰਕੇ ਸਕੂਲ ਜਾਂ ਖਾਲਸਾ ਕ੍ਰੈਡਿਟ ਯੂਨੀਅਨ ਸਥਾਪਨਾਵਾਂ ਕੀਤੀਆਂ, ਉਸ ਦੇ ਨਾਲ ਨਾਲ ਜਿਹੜੇ ਆਲੋਚਨਾਤਮਕ ਪੱਖ ਵੀ ਚੱਲੇ, ਜਿਨ੍ਹਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੀ ਚਰਚਾ ਚੱਲੀ, ਜਾਂ ਫਿਰ ਇਸ ਤੋਂ ਇਲਾਵਾ ਪਿੱਛੇ ਜੇ ਭਾਰਤ ਸਰਕਾਰ ਦੇ ਨਾਲ ਉਹਨਾਂ ਦੀ ਜਿਹੜੀ ਸਾਂਝ ਜਾਂ ਜਿਸ ਤਰ੍ਹਾਂ ਮਿਲੀ ਭੁਗਤ ਜਾਂ ਜੋ ਆਪਸੀ ਸਹਿਮਤੀ ਸੀ, ਉਸ ਨੂੰ ਲੈ ਕੇ ਵੀ ਚਰਚਾ ਛਿੜੀ। ਪਰ ਇਸ ਨੂੰ ਆਧਾਰ ਬਣਾ ਕੇ ਅਸੀਂ ਇਹ ਕਹਿ ਦਈਏ ਕਿ ਮਲਿਕ ਦਾ ਕਤਲ ਕਰਨ ਦੇ ਵਿੱਚ ਇਹਨਾਂ ਦਾ ਹੱਥ ਹੋ ਸਕਦਾ ਹੈ, ਇਹ ਉਸ ਜਾਂਚ ਨੂੰ ਰੋਕਣ ਜਾਂ ਉਸ ਨੂੰ ਦਿਸ਼ਾਹੀਨ ਕਰਨ ਵਾਲੀ ਗੱਲ ਹੈ। ਆਓ ਇੱਕ ਖੁੱਲ੍ਹੇ ਮਨ ਨਾਲ ਇਹ ਦੇਖੀਏ ਕਿ ਕੋਈ ਵੀ ਇਹੋ ਜਿਹਾ ਧੱਬਾ ਜਿਹੜਾ ਹੈ ਕਿਸੇ ਵੀ ਕਿਸਮ ਦਾ ਕਿਸੇ ਖਾਸ ਮਿੱਥ ਕੇ ਕਿਸੇ ਦੇ ਮੱਥੇ ਨਾ ਲੱਗੇ, ਬਲਕਿ ਸੱਚੀ ਸਹੀ ਜਾਂਚ ਸਾਹਮਣੇ ਆਵੇ ਜਿਸ ਦੇ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ। ਪਰ ਲੱਗਦਾ ਨਹੀਂ, ਆਮ ਘਟਨਾਵਾਂ ਦੇ ਵਿੱਚ ਇਸ ਤਰ੍ਹਾਂ ਹੀ ਹੋ ਜਾਂਦਾ। ਇੱਕ ਪਾਸੜ ਪਹੁੰਚ ਚੱਲ ਪੈਂਦੀ ਹੈ ਪਹਿਲਾਂ ਹੀ, ਅਤੇ ਪਹਿਲਾਂ ਹੀ ਜਿਸ ਨੂੰ ਟਾਰਗੇਟ ਕਰਨਾ ਹੁੰਦਾ ਨਿਸ਼ਾਨੇ 'ਤੇ ਲੈ ਆਈਦਾ। ਮੀਡੀਆ ਦਾ ਇਹ ਕੰਮ ਨਹੀਂ, ਖੁੱਲ੍ਹੇ ਤੌਰ 'ਤੇ ਇਹ ਦੇਖੀਏ। ਬਾਕੀ ਇੱਕ ਵਾਰ ਫਿਰ ਇਸ ਘਟਨਾ ਨੂੰ ਨਿੰਦਦੇ ਹੋਏ, ਇਸ ਦੀ ਨਿਖੇਧੀ ਕਰਦੇ ਹੋਏ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਆਓ ਇਸ ਸਮੇਂ ਇਹ ਆਸ ਜਾਂ ਇਹ ਅਰਦਾਸ ਕਰੀਏ ਕਿ ਘੁੱਗ ਵਸਦੇ ਇਸ ਭਾਈਚਾਰੇ ਨੂੰ ਜਾਂ ਸਾਡੇ ਜਿਹੜੇ ਇੱਥੇ ਲੋਕਾਂ ਨੇ ਆ ਕੇ ਆਪਣਾ ਸਫ਼ਰ ਸ਼ੁਰੂ ਕੀਤਾ, ਉਹਨਾਂ ਨੂੰ ਹੋਰ ਚੁਣੌਤੀਆਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਆਪਸੀ ਮਿਲ ਜੁਲ ਕੇ ਹਰ ਮਸਲੇ ਨੂੰ ਹੱਲ ਕਰੀਏ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।